तो जी ये कोयल पई आ, ਇਹਦੇ ਕੋਲ ਇੱਥੇ ਇੱਕ ਵਾਇਰ ਆ, ਜਿਹੜੀ ਇਹ ਵਾਇਰ ਆ, ਠੀਕ ਹੈ, ਦੋ ਕੁਐਸਚਨ ਨੇ ਇਹਦੇ ਬਾਰੇ। ਪਹਿਲਾ ਕੁਐਸਚਨ ਆ ਵੀ ਕਰੰਟ ਇੱਧਰ ਨੂੰ ਜਾ ਰਿਹਾ ਹੈਗਾ ਤੇ ਕਰੰਟ ਹੈਗਾ ਸਟੇਡੀ ਕਰੰਟ, ਠੀਕ ਹੈ। ਤਾਂ ਦੱਸੋ ਇਸ ਕੋਇਲ ਦੇ ਵਿੱਚ ਕਰੰਟ ਇੰਡਿਊਸ ਹੋਊਗਾ, ਨਹੀਂ ਹੋਊਗਾ, ਜਾਂ ਕਿੰਨਾ ਹੋਊਗਾ। ਜੇ ਕਰੰਟ ਸਟੇਡੀ ਆ, ਸਟੇਡੀ ਕਰੰਟ ਦਾ ਮਤਲਬ ਹੁੰਦਾ ਕੌਨਸਟੈਂਟ ਕਰੰਟ, ठीक है। ਜਦੋਂ करंट कॉन्स्टेंट आ ਤਾਂ ਤੁਸੀਂ ਇਹ ਦੇਖੋ ਵੀ करंट ਦੇ ਕਰਕੇ मैग्नेटिक फील्ड ना ਵਧੂਗੀ ना घटूगी, क्योंकि कॉन्स्टेंट करंट आ। सो व्हाट डज इट मीन कि कॉन्स्टेंट करंट करके मैग्नेटिक फील्ड ना ਵਧਦੀ ਆ ना घटਦੀ ਆ। ਜੇ मैग्नेटिक फील्ड नहीं चेंज होगी तो ਇਹਦਾ मतलब मैग्नेटिक फ्लक्स भी नहीं चेंज होगी, ठीक है। सो जे स्टेडी करंट फ्लो कर रहा हैगा तो आप लिखांगे नो EMF is induced, and hence no current। ठीक है जी। तो ना कोई करंट इंड्यूस होवे ते ना ही कोई EMF इंड्यूस होवे जे स्टेडी करंट फ्लो कर रहा सी। ओके, इनू क्लिक करो तो फिर मैं क्वेश्चन नू चेंज करता। ਹੁਣ ਉਹ ਕਹਿੰਦਾ ਵੀ ਜਿਹੜਾ ਕਰੰਟ ਆ ਇਨਕਰੀਜ਼ਸ, ਠੀਕ ਹੈ, ਕਰੰਟ ਇਨਕਰੀਜ਼ ਕਰ ਰਿਹਾ ਹੈਗਾ। ਹੁਣ ਇਹ ਕੁਐਸਚਨ ਆ, ਜਦੋਂ ਕਰੰਟ ਇਨਕਰੀਜ਼ ਕਰੂਗਾ ਵੀ ਨੋ ਦੈਟ ਕਿ ਕਰੰਟ ਦੇ ਇਨਕਰੀਜ਼ ਕਰਨ ਦੇ ਨਾਲ ਮੈਗਨੈਟਿਕ ਫਲਕਸ ਚੇਂਜ ਹੋਊਗੀ, ਹਨਾ, ਇਨਕਰੀਜ਼ ਹੋਊਗੀ। ਹੁਣ ਆਪਾਂ ਇਹਦੇ ਵਿੱਚ ਦੇਖਣਾ ਵੀ ਕਰੰਟ ਕਿੱਧਰ ਨੂੰ ਇੰਡਿਊਸ ਹੋਊਗਾ। ਤਾਂ ਤੁਸੀਂ ਹੁਣ ਇਹਦੇ ਲਈ ਕੀ ਕਰਨਾ, ਜਦੋਂ ਕਰੰਟ ਸਾਨੂੰ ਪਤਾ ਸਟ੍ਰੇਟ ਕੰਡਕਟਰ 'ਚ ਹੁੰਦਾ ਤਾਂ ਆਪਾਂ ਰਾਈਟ ਹੈਂਡ ਦਾ ਥੰਬ ਜਿਹੜਾ ਗਾ ਉਹ ਇਨ ਦਾ ਡਾਇਰੈਕਸ਼ਨ ਆਫ ਕਰੰਟ ਕਰ ਲੈਂਦੇ ਹੁੰਦੇ ਆ, ਰਾਈਟ। ਤਾਂ ਆਪਾਂ ਕਰੰਟ ਦੀ ਡਾਇਰੈਕਸ਼ਨ ਦੇ ਅਲੋਂਗ ਆਪਣਾ ਰਾਈਟ ਹੈਂਡ ਦਾ ਥੰਬ ਕਰਾਂਗੇ। ਤਾਂ ਦੇਖੋ ਇੱਧਰ ਨੂੰ ਜਾ ਰਿਹਾ ਕਰੰਟ, ਤਾਂ ਤੁਸੀਂ ਵੀ ਥੋੜੀ ਜਿਹੜੀ ਸਕਰੀਨ ਆ ਫੋਨ ਦੀ ਤੁਸੀਂ ਉਹਦੇ ਵਿੱਚ ਕਰਕੇ ਦੇਖੋ, ਤੁਸੀਂ ਰਾਈਟ ਹੈਂਡ ਨੂੰ ਆਪਣਾ ਥੰਬ ਕਰੋਗੇ, ਰਾਈਟ ਹੈਂਡ ਦਾ ਥੰਬ ਰਾਈਟ ਸਾਈਡ ਨੂੰ ਕਰੋਗੇ, ठीक है। तो जो ऐ करांगे आपां, हुण फिंगर नूं करल करो, मतलब हथ खोल के ऐ घुमाओ। तो तुसीं देख रहे हो जिहड़ियां फिंगर्स ने वो कॉयल दे लई उपर नूं आ रही बाहर नूं, राइट। आ जिहड़ी कॉयल पई आ तो उहदे लई ओह बाहर नूं आ रही ने, आउटवर्ड। तुसीं जे करके देख रहे होंगे अपने स्क्रीन ते तां तुहाडीआं फिंगर्स जिहड़ियां ने वो ऐ तुहाडे वल नूं आ रही होणीआं ने। तो इहदा मतलब उपरों आ रही ने फिंगर्स, कोयल दे जिहड़ी उपर कोयल पई आ ਉਹਦੇ ਬਾਹਰ ਨੂੰ ਆ ਰਹੀਆਂ ਨੇ। ਸੋ ਇਹਦਾ ਮਤਲਬ ਇਹ ਹੋ ਗਿਆ ਵੀ ਇਹਦੇ ਕਰਕੇ ਕਰੰਟ ਦੇ ਇਨਕਰੀਜ਼ ਹੋਣ ਦੇ ਨਾਲ ਜਿਹੜੀ ਮੈਗਨੈਟਿਕ ਫਲਕਸ ਚੇਂਜ ਹੋ ਰਹੀ ਆ ਮੈਗਨੈਟਿਕ ਫੀਲਡ ਦੀ ਫਾਰਮ 'ਚ, ਉਹ ਬਾਹਰ ਨੂੰ ਚੇਂਜ ਹੋ ਰਹੀ ਆ, ਰਾਈਟ। ਤਾਂ ਇਸ ਕੋਇਲ ਦੇ ਉੱਪਰ ਬਾਹਰ ਨੂੰ ਮੈਗਨੈਟਿਕ ਫੀਲਡ ਇਨਕਰੀਜ਼ ਹੋ ਰਹੀ ਆ। ਇੱਥੇ ਤੱਕ ਸਮਝ ਲੱਗ ਗਈ ਗੱਲ ਵੀ ਮੈਗਨੈਟਿਕ ਫੀਲਡ ਬਾਹਰ ਨੂੰ ਇਨਕਰੀਜ਼ ਹੋ ਰਹੀ ਆ। ਤੁਸੀਂ ਆਪ ਕਰਕੇ ਦੇਖਿਆ ਹੋਊਗਾ, ਹਾਂ, ਗੁੱਡ। ਤਾਂ ਇਹਦਾ ਮਤਲਬ ਬਾਹਰ ਨੂੰ ਮੈਗਨੈਟਿਕ ਫੀਲਡ ਇਨਕਰੀਜ਼ ਹੋ ਰਹੀ ਆ, ਠੀਕ ਹੈ। ਹੁਣ ਜੇ ਮੈਗਨੈਟਿਕ ਫੀਲਡ ਬਾਹਰ ਨੂੰ ਇਨਕਰੀਜ਼ ਹੋ ਰਹੀ ਆ ਤਾਂ ਇਸ ਕੋਇਲ ਨੇ ਉਸ ਹੋ ਰਹੀ ਚੇਂਜ ਨੂੰ ਰੋਕਣਾਗਾ। ਕਿਉਂ? ਕਿਉਂਕਿ ਇਹ ਇਨਰਸ਼ੀਆ ਗਾ। ਯਾਦ ਕਰੋ, ਸਾਰਾ ਇੰਡਿਊਸਡ ਕਰੰਟ, ਸਾਰਾ EMF ਆਪੋਜੀਸ਼ਨ ਦੇ ਲਈ ਕੰਮ ਕਰਦਾ। ਤਾਂ ਜੇ ਕੋਇਲ ਦੇ ਵਿੱਚ ਕਰੰਟ ਨੇ ਇੰਡਿਊਸ ਹੋਣਾ ਤਾਂ ਉਹ ਅਪੋਜ਼ ਹੋਣ ਲਈ ਹੋਊਗਾ, ਅਪੋਜ਼ ਕਰਨ ਲਈ ਹੋਊਗਾ। ਤਾਂ ਤੁਸੀਂ ਆਪ ਸੋਚੋ, ਮੈਗਨੈਟਿਕ ਫੀਲਡ ਬਾਹਰ ਨੂੰ ਵੱਧ ਰਹੀ ਆ। ਜੇ ਮੈਗਨੈਟਿਕ ਫੀਲਡ ਬਾਹਰ ਨੂੰ ਵੱਧ ਰਹੀ ਆ, ਉਹ ਕੌਣ ਵਧਾ ਰਿਹਾ ਹੈਗਾ? ਕਰੰਟ AB ਬਾਹਰੋਂ ਵੱਧ ਰਹੀ ਆ। ਤਾਂ ਇਸ ਕੋਇਲ ਨੇ ਉਹਨੂੰ ਘਟਾਉਣਾ ਕਿਵੇਂ ਆ? ਜੇ ਮੈਗਨੈਟਿਕ ਫੀਲਡ ਬਾਹਰ ਨੂੰ ਵੱਧ ਰਹੀ ਆ ਤਾਂ ਉਹ ਆਪਣੇ ਅੰਦਰ ਨੂੰ ਮੈਗਨੈਟਿਕ ਫੀਲਡ ਪ੍ਰੋਡਿਊਸ ਕਰੂਗੀ ਤਾਂ ਕਿ ਉਹਨੂੰ ਘਟਾ ਸਕੇ, ਕਿਉਂਕਿ ਆਪੋਜ਼ਿਟ ਬਣਨਾ ਜ਼ਰੂਰੀ ਆ। ਤਾਂ ਦੇਖੋ, ਜੇ ਰਾਈਟ ਹੈਂਡ ਸਾਈਡ ਨੂੰ ਮੰਨ ਲਓ ਮੈਗਨੈਟਿਕ ਫੀਲਡ ਵੱਧ ਰਹੀ ਹੁੰਦੀ ਤਾਂ ਉਹਨੂੰ ਘਟਾਇਆ ਕਿਵੇਂ ਜਾ ਸਕਦਾ ਸੀਗਾ? ਲੈਫਟ ਹੈਂਡ ਸਾਈਡ ਮੈਗਨੈਟਿਕ ਫੀਲਡ ਪ੍ਰੋਡਿਊਸ ਕਰਕੇ, ਕਿਉਂਕਿ ਰਾਈਟ ਤੇ ਲੈਫਟ ਇੱਕ ਦੂਜੇ ਨੂੰ ਫਿਰ ਕੈਂਸਲ ਕਰਨ ਦੀ ਕੋਸ਼ਿਸ਼ ਕਰਨਗੇ, ਰਾਈਟ। ਤਾਂ ਜਿਹੜੀ ਕੋਇਲ ਆ
ਉਹ ਉਹਦੇ ਉੱਪਰ ਜੋ ਚੇਂਜ ਹੋ ਰਹੀ ਆ ਉਹ ਸੀਗੀ ਆਊਟਵਰਡ ਮੈਗਨੈਟਿਕ ਫੀਲਡ। ਤਾਂ ਕੋਇਲ ਨੇ ਜਿਹੜੀ ਚੇਂਜ ਕਰਨੀ ਆ ਉਹ ਕਿਵੇਂ ਕਰਨੀ ਆ? ਇਨਵਰਡ ਕਰਕੇ। ਸੋ ਇੱਥੇ ਮੈਂ ਇਹ ਗੱਲ ਨੂੰ ਲਿਖਦਾ ਹੁਣ ਵੀ ਐਕਸਟਰਨਲ ਮੈਗਨੈਟਿਕ ਫੀਲਡ is acting outwards on the coil। ठीक है, ਤਾਂ ਹੁਣ coil ਕੀ ਕਰੂਗੀ? coil ਇਹਦੇ ਲਈ opposite ਕੰਮ ਕਰੂ। ਤਾਂ ਜੇ outward magnetic field ਵੱਧ ਰਹੀ ਆ ਤਾਂ ਮੈਂ ਹੁਣ ਇੱਥੇ ਲਿਖੂੰਗਾ hence the coil produces a magnetic field inward। ठीक है, कादे वास्ते? to oppose the change, ਉਸ ਹੋ ਰਹੀ ਚੇਂਜ ਨੂੰ ਅਪੋਜ਼ ਕਰਨ ਲਈ। ਠੀਕ ਹੈ, ਇੱਥੇ ਤੱਕ ਜੇ ਕੋਈ ਕਨਫਿਊਜ਼ਨ ਆ ਪੁੱਤ ਬਣ ਕੇ ਮੈਨੂੰ ਦੱਸ ਦਿਓ, ਨਹੀਂ ਫਿਰ ਮੈਂ ਅੱਗੇ ਵਧਦਾ ਤਾਂ ਕਿ ਤੁਹਾਡੇ ਨਾਲ ਇਹਦਾ ਆਨਸਰ ਲੱਭ ਸਕੀਏ ਆਪਾਂ। ਮੈਂ ਟਿਲ ਦੈਟ ਮਾਰਕਰ ਲੈ ਆਵਾਂ, ਇੱਕ ਮਿੰਟ। ਹਾਂ ਪਿੱਛੇ ਪਿਆ ਹਾਂ, ਰਿਪੀਟ ਕਰ ਦੇਣਾ ਬੇਟੇ, ਇੱਕ ਮਿੰਟ ਮਾਰਕਰ ਚੱਕ ਲਿਆ ਮੈਂ ਦੂਜਾ। ਤਾਂ ਜਿਹੜੀ ਮੈਂ ਇੱਥੇ ਵਰਡਿੰਗ ਲਿਖੀ ਆ ਉਹਨੂੰ ਆਪਾਂ ਰਿਪੀਟ ਕਰਦੇ ਹਾਂ। ਪਹਿਲਾਂ ਤਾਂ ਕਰੰਟ A ਤੋਂ B ਵੱਧ ਰਿਹਾ ਸੀ, ਜਿਹਦੇ ਕਰਕੇ ਇਹਨੇ ਇੱਕ ਮੈਗਨੈਟਿਕ ਫੀਲਡ ਪ੍ਰੋਡਿਊਸ ਕੀਤੀ। ਉਹ ਮੈਗਨੈਟਿਕ ਫੀਲਡ ਇਸ ਕੋਇਲ ਦੇ ਉੱਪਰ ਕਿੱਧਰ ਨੂੰ ਲੱਗ ਰਹੀ ਆ? ਤਾਂ ਉਹਦੇ ਲਈ ਮੈਂ ਲਿਖਿਆ ਵੀ ਕੋਇਲ ਦੇ ਉੱਪਰ ਇਹ ਮੈਗਨੈਟਿਕ ਫੀਲਡ ਬਾਹਰ ਨੂੰ ਲੱਗ ਰਹੀ ਆ। ਇਹ ਬਾਹਰ ਨੂੰ ਮੈਨੂੰ ਕਿਵੇਂ ਪਤਾ ਲੱਗਿਆ? ਕਿਉਂਕਿ ਮੈਂ ਥੰਮ ਇਨ ਦਾ ਡਾਇਰੈਕਸ਼ਨ ਆਫ ਕਰੰਟ ਕਰਕੇ ਦੇਖਿਆ, ਫਿੰਗਰਸ ਨੂੰ ਕਰ ਕਰਕੇ, ਤਾਂ ਫਿੰਗਰਸ ਮੈਨੂੰ ਦੱਸ ਰਹੀਆਂ ਸੀ ਕਿ ਮੈਗਨੈਟਿਕ ਫੀਲਡ ਬਾਹਰ ਨੂੰ ਆ, ਉੱਪਰ ਲਈ। ਜੇ ਕੋਇਲ ਉੱਪਰ ਆ, ਕਿਉਂਕਿ ਉੱਪਰਲੀ ਦੇਖ ਰਹੇ ਹੋ ਤੁਸੀਂ, ਪੁਆਇੰਟ ਇੱਥੇ ਆ, ਤਾਂ ਇਸ ਕਰਕੇ ਆਊਟਵਰਡ ਆ। ਤਾਂ ਮੈਗਨੈਟਿਕ ਫੀਲਡ ਆਊਟਵਰਡ ਵੱਧ ਰਹੀ ਆ ਕੋਇਲ ਤੇ। ਤਾਂ ਜਿਹੜੀ ਕੋਇਲ ਆ ਹੁਣ ਉਸ ਹੋ ਰਹੀ ਚੇਂਜ ਨੂੰ ਰੋਕਣ ਦੀ ਕੋਸ਼ਿਸ਼ ਕਰੂ। ਤਾਂ ਜੇ ਮੈਗਨੈਟਿਕ ਫੀਲਡ ਬਾਹਰ ਨੂੰ ਵੱਧ ਰਹੀ ਆ ਤਾਂ ਕੋਇਲ ਨੇ ਉਹਦਾ ਆਪੋਜ਼ਿਟ ਕਰਨਾ। ਤਾਂ ਜੇ ਆਊਟਵਰਡ ਵੱਧ ਰਹੀ ਆ ਤਾਂ ਉਹ ਆਪੋਜ਼ਿਟ ਕਿਵੇਂ ਕਰ ਸਕਦੀ ਆ? ਉਹਨੂੰ ਇਨਵਰਡ ਪ੍ਰੋਡਿਊਸ ਕਰਕੇ। ਤਾਂ ਜਿਹੜੀ ਕੋਇਲ ਆ ਉਹ ਆਪਣੇ ਅੰਦਰ ਇੱਕ ਮੈਗਨੈਟਿਕ ਫੀਲਡ ਪ੍ਰੋਡਿਊਸ ਕਰ ਲੂਗੀ ਇਨਵਰਡ। ਹੁਣ ਮੈਗਨੈਟਿਕ ਫੀਲਡ ਯਾਦ ਕਰੋ ਫਿਰ ਕਿੱਥੋਂ ਆਊਗੀ? ਜੇ ਉਹਦੇ ਕੋਲ ਕਰੰਟ ਹੋਊਗਾ, ਕਿਉਂਕਿ ਮੈਗਨੇਟ ਪਹਿਲਾਂ ਨਹੀਂ ਆਉਂਦੀ, ਪਹਿਲਾਂ ਕਰੰਟ ਆਉਂਦਾਗਾ, ਰਾਈਟ? ਤਾਂ ਇਹਦਾ ਮਤਲਬ ਇਸ ਕੋਇਲ ਨੇ ਆਪਣੇ ਅੰਦਰ ਕੋਈ ਕਰੰਟ ਇੰਡਿਊਸ ਕੀਤਾ ਹੋਣਾ, ਜਿਹਦੇ ਕਰਕੇ ਉਹ ਇਨਵਰਡ ਮੈਗਨੈਟਿਕ ਫੀਲਡ ਪ੍ਰੋਡਿਊਸ ਕਰ ਸਕਦੀ ਆ। ਹੁਣ ਉਹ ਕਰੰਟ ਦੀ ਡਾਇਰੈਕਸ਼ਨ ਲੱਭਣਾ ਸਾਡਾ ਟਾਰਗੇਟ ਸੀ। ਤਾਂ ਹੁਣ ਤੁਸੀਂ ਦੇਖੋ ਤੁਹਾਡਾ ਆਨਸਰ ਆ ਗਿਆ ਵੀ ਇਹਨੇ ਆਪਣੇ ਅੰਦਰ ਜਿਹੜੀ ਮੈਗਨੈਟਿਕ ਫੀਲਡ ਇੰਡਿਊਸ ਕਰਨੀ ਆ, ਤਾਂ ਇੰਡਿਊਸਡ ਮੈਗਨੈਟਿਕ ਫੀਲਡ ਉਹਦੀ ਆਪਾਂ ਡਾਇਰੈਕਸ਼ਨ ਦੀ ਗੱਲ ਕਰਾਂਗੇ, ਉਹਦੀ ਡਾਇਰੈਕਸ਼ਨ ਦੀ। ਤਾਂ ਇੰਡਿਊਸਡ ਮੈਗਨੈਟਿਕ ਫੀਲਡ ਦੀ ਆਪਣੀ ਡਾਇਰੈਕਸ਼ਨ ਕਿੱਧਰ ਨੂੰ ਆ? ਤਾਂ ਅਸੀਂ ਆਨਸਰ ਲੱਭਿਆ ਵੀ ਉਹ ਇਨਵਰਡ ਹੋਊਗੀ, ਰਾਈਟ? ਇੱਥੇ ਤੱਕ ਸਮਝ ਲੱਗ ਗਈ ਸਾਰੀ ਗੱਲ? ਇਨਵਰਡ ਜੇ ਮੈਗਨੈਟਿਕ ਫੀਲਡ ਹੋਊਗੀ, ਹੁਣ ਤੁਸੀਂ ਕਰੰਟ ਦੀ ਡਾਇਰੈਕਸ਼ਨ ਜਦੋਂ ਲੱਭਣੀ ਆ ਤਾਂ ਉਹੀ ਰਾਈਟ ਹੈਂਡ ਨੂੰ, ਥੰਬ ਨੂੰ ਡਾਇਰੈਕਸ਼ਨ ਆਫ ਮੈਗਨੈਟਿਕ ਫੀਲਡ ਬਣਾ ਦੇਣਾ। ਤਾਂ ਇਨਵਰਡ ਤੁਸੀਂ ਇੰਡਿਊਸ ਕਰ ਰਹੇ ਹੋ ਤਾਂ ਆਪਣਾ ਥੰਬ ਰਾਈਟ ਹੈਂਡ ਦਾ ਇਨਵਰਡ ਕਰ ਲੈਣਾ। ਇਨਵਰਡ ਦਾ ਮਤਲਬ ਕੀ ਆ? ਇੱਧਰ ਨੂੰ, ਅੰਦਰ ਨੂੰ। ਤਾਂ ਦੇਖੋ ਐਂ ਕਰ ਲਿਆ, ਰਾਈਟ? ਅੰਦਰ ਨੂੰ ਆ ਹੁਣ ਐਂ। ਤਾਂ ਇਨਵਰਡ ਕਰਕੇ ਹੱਥ ਨੂੰ ਘੁਮਾ ਦਿਓ। ਸੋ ਜਿਹੜਾ ਥੰਬ ਆ ਉਹ ਇਨ ਦਾ ਡਾਇਰੈਕਸ਼ਨ ਆਫ ਮੈਗਨੈਟਿਕ ਫੀਲਡ ਹੋ ਜਾਊਗਾ ਤੇ ਫਿੰਗਰਸ ਵਿਲ ਗਿਵ ਯੂ ਦਾ ਡਾਇਰੈਕਸ਼ਨ ਆਫ ਕਰੰਟ। ਕਿਉਂਕਿ ਯਾਦ ਕਰੋ ਲੂਪ ਦੇ ਅੰਦਰ ਜੇ ਕਰੰਟ ਪ੍ਰੋਡਿਊਸ ਹੁੰਦਾਗਾ ਤਾਂ ਆਪਾਂ ਕਰਲ ਕਰਕੇ ਫਿੰਗਰਸ ਨੂੰ ਕਰੰਟ ਨੂੰ ਦੇਖਦੇ ਹੁੰਦੇ ਆ, ਤੇ ਥੰਬ ਡਾਇਰੈਕਸ਼ਨ ਆਫ ਮੈਗਨੈਟਿਕ ਫੀਲਡ ਹੁੰਦਾ। ਇਹ ਆਪਾਂ ਪੜ੍ਹ ਕੇ ਆਏ ਆ 3rd ਯੂਨਿਟ 'ਚ। ਤਾਂ ਇਨਵਰਡ ਕਰੰਟ ਮੈਗਨੈਟਿਕ ਫੀਲਡ ਸੀ,
ਤਾਂ ਉਹਦੇ ਲਈ ਮੈਂ ਥੰਮ ਇਨਵਰਟ ਕਰ ਲਿਆ ਤੇ ਫਿੰਗਰਸ ਨੂੰ ਮੈਂ ਕਰਲ ਕਰਕੇ ਦੇਖਿਆ। ਤਾਂ ਜਦੋਂ ਫਿੰਗਰਸ ਨੂੰ ਮੈਂ ਕਰਲ ਕਰਕੇ ਦੇਖਿਆ ਤਾਂ ਫਿੰਗਰ ਜਿਹੜੀਆਂ ਮੇਰੀਆਂ ਨੇ ਉਹ ਦੱਸ ਰਹੀਆਂ ਨੇ ਕਿ ਉਹ ਕਰੰਟ ਐਂ ਚੱਲੂਗਾ। ਤਾਂ ਜਿਹੜਾ ਇਹ ਕਰੰਟ ਆ ਇਸ ਤਰ੍ਹਾਂ ਇੰਡਿਊਸ ਹੋਊਗਾ। ਹੁਣ ਤੁਸੀਂ ਆਪਣੀ ਕਾਪੀ ਦੇ ਉੱਪਰ ਇੱਕ ਕੁਐਸਚਨ ਪਹਿਲਾਂ ਇਹਨੂੰ ਕਲਿੱਕ ਕਰ ਲਓ ਤੇ ਕਾਪੀ ਦੇ ਉੱਪਰ ਫਿਰ ਇੱਕ ਡਾਇਗਰਾਮ ਬਣਾ ਕੇ ਆਪਾਂ ਕੰਟੀਨਿਊ ਕਰਦੇ ਹਾਂ ਇਸ ਕੁਐਸਚਨ ਨੂੰ। मैं थोड़ी हेल्प करूंगा, डोंट वरी। सॉरी सर कॉपी तो है नहीं। किथे तू फिर? है अमर तो लिया कॉपी लिया कि तू नेड़े तू चक लिया। जे कॉपी नहीं हैगी ऐ कर थल्ले उत्थे बाहर बह जा मिट्टी सर मैं सी कीता ते सर तुम दस्से सी भी आ टाइम तो सर बिल्ले नहीं हुंदे कि बाहर आई मैं। किथे बैठा किथे आ तू? मिट्टी हैगी कोले? बाहर आ सर मैं अच्छा चल कोई गल नहीं, बाकी नाल कर लेने आपां, मैं आंसर इहदा दे दूंगा ठीक है। ओके भी बाकी देखो एक कॉइल आ ठीक है, करंट ठीक है, करंट इंक्रीज हो रहा गा फ्रॉम राइट टू लेफ्ट ठीक है, इधरों इधर नूं इंक्रीज हो रहा करंट। देखो ध्यान नाल करंट इधर नूं इंक्रीज हो रहा। कोई गल नहीं, अच्छा बस उत्थे फिर मिट्टी हैगी है ना, मिट्टी च बना ला यार। आप आ तेरा पेन हो गया, ट्राई कर ला, जे ना होया कोई गल नहीं, देखी जा वीडियो देख ला कोई गल नहीं। बी तो ए करंट वध रहा हैगा, इनक्रीज कर रहा करंट ठीक है। सो डायग्राम दसो सर की बनाउणी है, बना लीजिए एक मिनट। हां जी दसो। आ बनाउणी है डायग्राम, आ देख दिख रही है। सॉरी पुत बाकी बच्चों, बी तो ए करंट इनक्रीज हो रहा है ठीक है। तुसी हुण अपनी कॉपी ते जो डायग्राम बना ली, तुसी हुण आए बैठे होवोगे राइट। तुसी अपनी कॉपी ते डायग्राम जो बनाई आ, हाँ ठीक है ओके। तो आ कॉपी है तुहाडे कोल राइट, ते इहदे उपर इत्थे तुसी डायग्राम बनाई आ, तां तुहाडा जिहड़ा करंट आ तुसी देखो ध्यान नाल, तुहाडे लई करंट जिहड़ा होगा वो लैफ्ट नूं जा रहा होगा एरो, ते कॉइल उधर पई हो सामने, जिधर नूं फोन आ कॉइल उधर पई हो। सर रिकॉर्डिंग वाली जी सच्ची? हाँ लाइव हुई है। तां हुण जिहड़ा थंब आ राइट हैंड साइड दा, राइट हैंड दा मेक श्योर राइट हैंड होवे तुहाडे कोल। राइट हैंड दा जिहड़ा थंब आ तुसी ओह इन द डायरैक्शन ऑफ करंट कर लो, तो तुसी देखो थोड़े लिए वो थंब लैफ्ट नूं होगा ठीक है ना, लैफ्ट नूं आ गया थंब। हुण तुसी अपनी फिंगर्स नूं घुमाओ इस तरह, जिवें आपां मुट्ठी बंद करदे हुंदे आ ऐ, तां तुसी देखो जिहड़ियां तुहाडीआं फिंगर्स ने ओह कॉइल जिथे पई आ, कॉइल उपर पई है ना बनाई हुई, तां कॉइल दे अंदर नूं जा रहीआं ने फिंगर्स, देखो करके कॉइल दे अंदर नूं जा रही ने फिंगर्स, थंब आए करके कॉइल दे अंदर नूं जा रही ने। सो इसदा मतलब मैग्नेटिक फील्ड जिहड़ी उस कॉइल ते लग रही आ ओह इनवर्ड आ। ਇਹ ਕਿਹੜੀ मैग्नेटिक फील्ड आ? ਜਿਹੜੀ करंट दी आ। सो एक गल दा पता लग गया भी इस कॉइल दे उपर इनवर्ड मैग्नेटिक फील्ड पहुंच रही आ ठीक है। पर आपां ने की करना, आपां ने कॉइल दी मैग्नेटिक फील्ड देखनी आ, ना कि कॉइल दे उपर लग रही मैग्नेटिक फील्ड। तो कॉइल ने मैग्नेटिक फील्ड किधर नूं इंड्यूस करनी आ हुण, तो देखो ओहदे उपर इफेक्ट जिहड़ा ओह डाउनवर्ड आ, इनवर्ड राइट। तो उहने ओहदा ऑपोजिट करना, तो आपां इत्थे लिखांगे इहदा मतलब इंड्यूस्ड मैग्नेटिक फील्ड, मतलब सर क्रॉस ऑपोजिट ऑपोजिट बेटे हाँ, इंड्यूस्ड मैग्नेटिक फील्ड। तो तुसी
ਇੰਡਿਊਸਡ ਮੈਗਨੈਟਿਕ ਫੀਲਡ ਦੀ ਡਾਇਰੈਕਸ਼ਨ ਲੱਭਣੀ ਆ ਹੁਣ। ਤਾਂ ਦੇਖੋ ਇਹਦੇ ਉੱਪਰ ਕਨਫਰਮ ਹੋ ਗਿਆ ਸੀ ਵੀ ਜਿਹੜੀ ਇਹਦੇ ਉੱਪਰ ਮੈਗਨੈਟਿਕ ਫੀਲਡ ਪਹੁੰਚ ਰਹੀ ਆ ਉਹ ਇਨਵਰਡ ਆ, ਤਾਂ ਉਹਨੇ ਆਪਣੇ ਆਪ ਜਿਹੜੀ ਮੈਗਨੈਟਿਕ ਫੀਲਡ ਬਣਾਉਣੀ ਆ ਉਹ ਉਹਦਾ ਆਪੋਜ਼ਿਟ ਹੋਊ। ਤਾਂ ਇਨਵਰਡ ਪਹੁੰਚ ਰਹੀ ਸੀ ਤਾਂ ਇੰਡਿਊਸਡ ਮੈਗਨੈਟਿਕ ਫੀਲਡ ਕਿੱਧਰ ਨੂੰ ਹੋਣੀ ਚਾਹੀਦੀ ਆ, ਆਊਟਵਰਡ। ਤਾਂ ਦੇਖੋ ਅੰਦਰ ਨੂੰ ਫਿੰਗਰਸ ਜਾ ਰਹੀਆਂ ਸੀਗੀਆਂ, that means ਮੈਗਨੈਟਿਕ ਫੀਲਡ ਉਹ ਤੇ ਇਨਵਰਡ ਲੱਗ ਰਹੀ ਸੀ। ਹਾਂ ਮੈਂ ਰਿਪੀਟ ਕਰਦਾ ਬੇਟੇ, ਅੰਦਰ ਨੂੰ ਮੈਗਨੈਟਿਕ ਫੀਲਡ ਲਾਈਨ ਜਾ ਰਹੀਆਂ ਸੀਗੀਆਂ ਸਾਡੀਆਂ ਥੰਬ ਫਿੰਗਰ ਦੀਆਂ, ਤਾਂ ਇਹਦਾ ਮਤਲਬ ਇਸ ਕੋਇਲ ਦੇ ਉੱਪਰ ਅੰਦਰ ਨੂੰ ਮੈਗਨੈਟਿਕ ਫੀਲਡ ਵੱਧ ਰਹੀ ਆ। ਕੌਣ ਵਧਾ ਰਿਹਾ ਸੀ, ਇਹ ਕਰੰਟ। ਅਸੀਂ ਇਹ ਫਾਈਂਡ ਆਊਟ ਕਰ ਲਿਆ। ਜਦੋਂ ਤੁਸੀਂ ਇਹ ਆਨਸਰ ਲੱਭ ਲਿਆ ਵੀ ਉਹਦੇ ਅੰਦਰ ਨੂੰ ਮੈਗਨੈਟਿਕ ਫੀਲਡ ਵੱਧ ਰਹੀ ਆ, ਸਮਝ ਗਏ। ਹੁਣ ਤੁਸੀਂ ਕੀ ਕਰਿਆ ਕਰਨਾ, ਉਹਦਾ ਆਪੋਜ਼ਿਟ ਥੰਬ ਕਰ ਲੈਣਾ। ਮੈਂ ਸੌਖਾ ਕਰ ਦਿੰਦਾ। ਤੁਸੀਂ ਫਾਈਂਡ ਆਊਟ ਕਰ ਲਿਆ ਵੀ ਉਹਦੇ ਅੰਦਰ ਮੈਗਨੈਟਿਕ ਫੀਲਡ ਜਾ ਰਹੀ ਆ, ਠੀਕ ਹੈ ਨਾ। ਤਾਂ ਆਪਾਂ ਨੇ ਕੀ ਕਰਨਾ, ਜੇ ਅੰਦਰ ਨੂੰ ਮੈਗਨੈਟਿਕ ਫੀਲਡ ਜਾ ਰਹੀ ਆ ਤਾਂ ਕੋਇਲ ਤੇ ਜਾ ਕੇ ਆਪਣਾ ਰਾਈਟ ਹੈਂਡ ਆਪੋਜ਼ਿਟ ਡਾਇਰੈਕਸ਼ਨ 'ਚ ਥੰਬ ਕਰ ਲਓ। ਤਾਂ ਜੇ ਅੰਦਰ ਨੂੰ ਵੱਧ ਰਹੀ ਸੀ ਤਾਂ ਆਪੋਜ਼ਿਟ ਕੀ ਹੋਊਗਾ, ਆਊਟਵਰਡ, ਅਪਵਰਡ ਆਊਗਾ ਤੁਹਾਡੇ ਲਈ। ਤਾਂ ਐਂ ਕਰਕੇ ਰੱਖ ਲੈਣਾ ਹੱਥ ਉੱਤੇ, ਠੀਕ ਹੈ ਨਾ। ਕਿਉਂਕਿ ਕਾਪੀ ਤੁਹਾਡੇ ਕੋਲ ਪਈ ਆ ਤਾਂ ਕਾਪੀ ਤੇ ਇਨਵਰਡ ਮੈਗਨੈਟਿਕ ਫੀਲਡ ਵੱਧ ਰਹੀ ਸੀ, ਤਾਂ ਇਨਵਰਡ ਦਾ ਆਪੋਜ਼ਿਟ ਕੀ ਹੋਊਗਾ, ਅਪਵਰਡ। ਤਾਂ ਥੰਬ ਐਂ ਰੱਖ ਲਿਆ। ਹੁਣ ਦੇਖੋ ਜਦੋਂ ਥੰਬ ਐਂ ਰੱਖਿਆ ਹੋਇਆ ਆਪਾਂ, ਤਾਂ ਆਹ ਫਿੰਗਰਸ ਨੂੰ ਫੜ ਕੇ ਘੁਮਾ ਦਿਓ, ਐਂ ਮੁੱਠੀ ਬੰਦ ਕਰ ਲਓ ਦੁਬਾਰਾ, ਰਾਈਟ। ਤਾਂ ਇਹਦਾ ਮਤਲਬ ਫਿੰਗਰ ਨੂੰ ਜਦੋਂ ਆਪਾਂ ਘੁਮਾ ਕੇ ਦੇਖ ਰਹੇ ਆ ਤਾਂ ਫਿੰਗਰ ਕਿੱਧਰ ਨੂੰ ਘੁੰਮ ਰਹੀਆਂ ਨੇ, ਕਲੌਕਵਾਈਜ਼ ਜਾਂ ਐਂਟੀ ਕਲੌਕਵਾਈਜ਼, ਦੇਖੋ ਦੱਸੋ। ਥੰਬ ਅਪਵਰਡ ਆ, ਫਿੰਗਰਸ ਨੂੰ ਘੁਮਾ ਕੇ ਦੇਖੋ ਤਾਂ ਕੋਇਲ ਦੇ ਲਈ ਫਿੰਗਰ ਤੁਹਾਡੀਆਂ ਐਂਟੀ ਕਲੌਕਵਾਈਜ਼ ਘੁੰਮ ਰਹੀਆਂ ਨੇ ਕਿ ਕਲੌਕਵਾਈਜ਼। ਹਾਂ ਬੇਟੇ ਡਾਟ ਤਾਂ ਹੈ, ਠੀਕ ਹੈ। ਤਾਂ ਮੈਗਨੈਟਿਕ ਫੀਲਡ ਡਾਟ ਹੋਗੀ, ਤਾਂ ਇਹਦਾ ਮਤਲਬ ਫਿੰਗਰ ਕਿੱਧਰ ਨੂੰ ਘੁੰਮ ਰਹੀਆਂ ਨੇ ਫਿਰ ਕਰੰਟ ਲਈ, ਐਂਟੀ ਕਲੌਕਵਾਈਜ਼ ਜਾਂ ਕਲੌਕਵਾਈਜ਼, ਇਹ ਦੱਸੋ ਮੈਨੂੰ। ਠੀਕ ਹੈ, ਐਂਟੀ ਲਈ A ਲਿਖ ਦੋ, ਕਲੌਕ ਲਈ C ਲਿਖ ਦੋ, ਕੋਈ ਚੱਕਰ ਨਹੀਂ। ਗੁੱਡ, ਓ ਵੈਰੀ ਗੁੱਡ, ਗੁੱਡ ਜॉब। मुस्कान क्लॉकवाइज चेक कर दोबारा। थंब अपवर्ड आ, फिंगर नु घुमाओ, थंब अपवर्ड आ राइट हैंड दा, राइट हैंड घुमाना सिद्धू साहब, राइट हैंड। थंब अपवर्ड, राइट हैंड घुमा दो। हाँ एंटी क्लॉकवाइज। सो ਇਹਦਾ ਮਤਲਬ ਇਹਦੇ ਅੰਦਰ ਕਰੰਟ ਐਂਟੀ ਕਲੌਕਵਾਈਜ਼ ਇੰਡਿਊਸ ਹੋਊਗਾ, ਠੀਕ ਹੈ। ਇਹ ਕੁਐਸਚਨ ਜ਼ਰੂਰੀ ਸੀਗਾ ਕਰਨਾ। ਹੁਣ ਜੇ ਇੱਕ ਤਾਂ ਇਹ ਡਾਇਗਰਾਮ ਦਿੱਤੀ ਆ, ਨਾਲ ਉਹਦੇ ਉਹਨੇ ਕਹਿਤਾ ਇੱਕ ਇੱਥੇ ਕੋਇਲ ਪਈ ਆ, ਐਂਟੀ ਕਲੌਕਵਾਈਜ਼ ਹੋਊਗੀ। ਹਾਂ ਐਂਟੀ ਕਲੌਕਵਾਈਜ਼ ਬੇਟੇ, ਉੱਪਰਲੇ ਲਈ ਐਂਟੀ ਕਲੌਕਵਾਈਜ਼ ਆਊਗਾ। ਹੁਣ ਇੱਕ ਹੋਰ ਕੋਇਲ ਪਈ ਆ ਉਹਦੇ ਨੀਚੇ, ਇੱਥੇ ਹੇਠਾਂ ਪਈ ਆ ਇੱਕ ਕੋਇਲ। ਤਾਂ ਤੁਸੀਂ ਆਪ ਦੇਖੋ, ਜੇ ਇਹਦੇ ਲਈ ਐਂਟੀ ਕਲੌਕਵਾਈਜ਼ ਆ ਤਾਂ ਇਹਦੇ ਲਈ ਉਲਟ ਹੋਊਗਾ। ਤੁਸੀਂ ਇੱਕ ਦਾ ਆਨਸਰ ਲੱਭ ਲੈਣਾ, ਦੂਜਾ ਉਹ ਤੋਂ ਆਪੋਜ਼ਿਟ ਹੋਊਗਾ। ਤਾਂ ਜੇ ਇਹਦੇ ਲਈ ਐਂਟੀ ਕਲੌਕਵਾਈਜ਼ ਆ ਤਾਂ ਇਹਦੇ ਲਈ ਕੀ ਹੋਊਗਾ, ਕਲੌਕਵਾਈਜ਼, ਠੀਕ ਹੈ, ਕਿਉਂਕਿ ਉਹ ਹੇਠਾਂ ਪਈ ਆ ਉਹਦੇ। ਤੇ ਜਿਹੜਾ ਹੁਣ ਇਹ ਕੁਐਸਚਨ ਆ ਵੀ ਇਹ ਕਲੌਕਵਾਈਜ਼ ਕਿਵੇਂ ਆਇਆ, ਇਹ ਤੁਸੀਂ ਖੁਦ ਕਰਕੇ ਦੇਖਣਾ ਹੈਗਾ ਆਪਣੇ ਮੈਥਡ ਨਾਲ। ਬਾਅਦ ਚੋਂ ਜਦੋਂ ਕਲਾਸ ਖਤਮ ਹੋ ਗਈ ਕਲਿੱਕ ਕਰ ਲਓ ਇਹਨੂੰ। ठीक है, ਇਹ ਕੁਐਸਚਨ ਤੁਹਾਡੇ ਨਾਲ ਡਿਸਕਸ ਕਰਨ ਵਾਲਾ ਜ਼ਰੂਰੀ ਸੀਗਾ, ਤਾਂ ਮੈਂ ਕੀਤਾਗਾ, ਕੁਐਸਚਨ ਕਰਾਇਆ ਤੁਹਾਨੂੰ। ਹੁਣ ਆਪਣੇ ਕੋਲ ਇਹਦੇ ਨਾਲ ਦਾ ਹੋ ਗਿਆ ਕੁਐਸਚਨ, ਇਹ ਵੀ ਡਿਸਕਸ ਹੋ ਗਿਆ।
इंड्यूस्ड करंट वाला होर कोई डायग्राम किहड़ी रह गई? रोटेट वाली भी हो गई सीगी, कॉयल वाली भी हो गई सी ना। डायग्राम मेरा ख्याल आ नहीं, बाकी तो हो गया, बाकी हो गया। ओके, हुण आपां टेस्ट, हाँ टेस्ट थोड़ा शुरू करते हैं आपां। हुण मैं टेस्ट थोड़ा डन हो गए सारे, स्कूल सकाल वाला काम थोड़ा जे डन हो गया, मैनूं दस दो टेस्ट, क्योंकि बहुत जरूरी सीगा टेस्ट थोड़े लिए। कदों दा लैण नूं फिरदा मैं भी थोड़े टेस्ट लईए एक वधिया जिहा आपां करके मैनेज। मंडे ट्यूसडे वैनसडे 3 दिनां चों। कल नूं फ्री हो, कल ले लैने टेस्ट, कोई गल नहीं, मैं तो रेडी हाँ। जिहड़ा आह EMI वाला टॉपिक आ, इहदे टेस्ट लै लईए कि मैगनैटिक फील्ड का बायोट-सैवर्ट्स लॉ वाले का? मैगनैटिक फील्ड ले EMI वाले ओके करना है कर। आपां मैं भी यही सोचदा सी भी नाले तुहाडे ओह टेस्ट हो जाऊगा, नाले तुहानूं मैनूं पता लग जाऊगा भी जिहड़ा EMI वाला, आपां EMI वाला टेस्ट ले लैंदे आ, ठीक है। EMI का टेस्ट ले लैंदे आपां, जिन्ना होया तू अज करके देख ली ट्राई, की ख्याल आ? सिद्धू साहब तुसी होर टाइम दे दिओ, कोई गल नहीं टेस्ट। चलो मैं हुण क्वेश्चन एक करदा तुहाडे नाल डिस्कस। आपां सैल्फ इंडक्टेंस दी गल कर रहे हैं हुण, ठीक है, सैल्फ इंडक्शन दी। जिहड़ी ये कॉयल आ अपने कोल, मान लो ये सोलेनोइड आ, ਇਹਦੇ अंदर ਇੱਥੇ मैं एक बैटरी लगाती ਤੇ ਉਹਦੇ ਨਾਲ टैपिंग की लगाती, ठीक है। ਹੁਣ क्वेश्चन ਇਹ ਸੀ ਵੀ ਜਿਹੜੀ ਇਹ ਕੋਇਲ ਆ, ਜਦੋਂ मैं टैपिंग की ਨੂੰ ਪ੍ਰੈਸ ਕਰੂੰਗਾ ਤਾਂ ਇਸ ਕੋਇਲ ਦੇ ਵਿੱਚ ਕਰੰਟ ਨੂੰ ਆਪਾਂ ਕਰੰਟ ਇਨਕਰੀਜ਼ ਕਰਾਂਗੇ ਨਾ, ਰਾਈਟ, ਆਪਾਂ ਕਰੰਟ ਇਨਕਰੀਜ਼ ਕਰਾਂਗੇ, ਠੀਕ ਹੈ। ਤੇ ਕਰੰਟ ਜਿਹੜਾ ਗਾ ਜਦੋਂ ਆਪਾਂ ਕੀ ਨੂੰ ਪ੍ਰੈਸ, लेट इवनिंग कर लो, थोड़ा आधा घंटा होर लेट कर लो, कोई चक्कर नहीं गा। ठीक है ना, तुसी 8 बजे रख लो टाइम। ठीक है, चलो 8 बजे आप टेस्ट लेने कल नूं थोड़ा। आ टॉपिक हुण समझी जाओ, ये भी टॉपिक दे नाल मैं क्वेश्चन पाऊंगा तुहानूं उहदे विच। तां इहदे अंदर जदों की नूं टैप कीता तां करंट 0 तो मैक्सिमम गया। असीं ये डिस्कशन कीती सी ना, याद करो। तां जिहड़ी हुण डिस्कशन कीती सी भी करंट 0 तो मैक्सिमम गया, सो इहदा मतलब मैगनैटिक फ्लक्स जिहड़ी आ ਉਹ ਵਧੀ होनी आ। क्यों? क्योंकि असीं ये डिस्कस कीता गा जदों करंट इनक्रीज हुंदा गा, हुणी आपां करके हटे आ, राइट। ਜਦੋਂ ਕਰੰਟ ਇਨਕਰੀਜ਼ ਹੁੰਦਾ ਗਾ ਤਾਂ ਮੈਗਨੈਟਿਕ ਫੀਲਡ ਵੱਧਦੀ ਆ, ਮੈਗਨੈਟਿਕ ਫੀਲਡ ਦੇ ਵਧਣ ਕਰਕੇ ਮੈਗਨੈਟਿਕ ਫਲਕਸ ਵੀ ਵੱਧਦੀ ਆ। ਸੋ ਇਹਦਾ ਮਤਲਬ ਇਹ ਹੋ ਗਿਆ ਵੀ ਮੈਗਨੈਟਿਕ ਫਲਕਸ ਜਿਹੜੀ ਆ ਉਹ ਡਾਇਰੈਕਟਲੀ ਪ੍ਰੋਪੋਰਸ਼ਨਲ ਆ ਕਰੰਟ ਦੇ, ਰਾਈਟ, ਕਰੰਟ ਦੇ ਡਾਇਰੈਕਟਲੀ ਪ੍ਰੋਪੋਰਸ਼ਨਲ ਆ। ਤਾਂ ਜਿਹੜੀ ਹੁਣ ਇਹ ਮੈਗਨੈਟਿਕ ਫਲਕਸ ਆ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਕਰੰਟ ਆ, ਪ੍ਰੋਪੋਰਸ਼ਨੈਲਿਟੀ ਹਟਾ ਕੇ ਇੱਕ ਕਾਂਸਟੈਂਟ ਲੱਗ ਗਿਆ L। This L is called coefficient of self inductance, ठीक है। L दी वैल्यू जी coefficient of self inductance। हुण जिहड़ी अगली गल है इत्थे, ये तो चलो एक गल कन्फर्म हो गई। तो हुण याद करो फैराडे लॉ की सीगा, E is equal to minus d phi upon dt। तो जे phi दी वैल्यू L I पुट कर देंगे आपां तां किन्ना आ जाऊगा माइनस d
Li/dt। ਇੱਥੇ ਜਿਹੜਾ L ਆ it doesn't change with time, ਤਾਂ ਇਸ ਕਰਕੇ E ਦੀ ਵੈਲਿਊ ਕਿੰਨੀ ਆ ਜਾਊਗੀ ਆਪਣੇ ਕੋਲ, L ਨੂੰ ਤੁਸੀਂ ਬਾਹਰ ਰੱਖ ਲਓਗੇ ਚੇਂਜ ਤੋਂ, ਤਾਂ -L di/dt। ਤਾਂ ਇੱਥੋਂ di ਕੌਣ ਆ, ਚੇਂਜ ਇਨ ਕਰੰਟ, dt ਟਾਈਮ ਟੇਕਨ। ਕਈ ਵਾਰ ਕੁਐਸਚਨ ਦਿੱਤਾ ਹੁੰਦਾ ਗਾ, ਕਈ ਵਾਰ ਮੈਂ ਵੀ ਤੁਹਾਨੂੰ ਇੱਕ ਕੁਐਸਚਨ ਇਸ ਤਰ੍ਹਾਂ ਦਾ ਪਾ ਸਕਦਾ, ਜਿਵੇਂ ਉਹ ਕਹਿ ਦਿੰਦਾ ਗਾ ਵੀ ਕਰੰਟ ਜਿਹੜਾ ਗਾ ਉਹ 0 ਤੋਂ 2 ਐਂਪੀਅਰ ਇਨਕਰੀਜ਼ ਹੋਇਆ in 3 ਮਿਲੀਸੈਕਿੰਡ। ਠੀਕ ਹੈ, if L ਇਹਦੀ ਵੈਲਿਊ ਹੈਗੀ ਆ ਮੰਨ ਲਓ 1 ਹੈਨਰੀ, ਬਿਕੋਜ਼ ਇੰਨਾ ਕਿ ਤੁਹਾਨੂੰ ਪਤਾ ਹੋਣਾਗਾ ਵੀ ਇਹਦੀ SI ਯੂਨਿਟ ਹੈਨਰੀ ਹੁੰਦੀ ਆ। ਫਾਈਂਡ E, ਦੱਸੋ E ਕਿੰਨਾ ਇੰਡਿਊਸ ਹੋਇਆ ਹੋਊਗਾ। ਠੀਕ ਹੈ, ਤਾਂ ਦੱਸੋ EMF ਕਿੰਨਾ ਇੰਡਿਊਸ ਹੋਇਆ ਹੋਊਗਾ ਜੇ ਕਰੰਟ 0 ਤੋਂ 2 ਐਂਪੀਅਰ ਵਧਿਆ ਹੋਵੇ in 3 ਮਿਲੀਸੈਕਿੰਡ। ਹੁਣ ਤੁਸੀਂ ਇਹ ਦੇਖੋ L ਤੁਹਾਨੂੰ ਗਿਵਨ ਆ 1 ਹੈਨਰੀ, ਕਰੰਟ ਕਿੰਨਾ ਚੇਂਜ ਹੋਇਆ, ਤਾਂ ਦੇਖੋ 0 ਤੋਂ 2 ਐਂਪੀਅਰ ਹੋ ਗਿਆ, ਸੋ ਇਹਦਾ ਮਤਲਬ 2 ਹੋ ਗਿਆ ਚੇਂਜ। ਜਦੋਂ EMF ਫਾਈਂਡ ਆਊਟ ਕਰਨਾ ਹੋਊਗਾ ਨਾ, ਤੁਸੀਂ ਉਦੋਂ ਨੈਗੇਟਿਵ ਪੋਜ਼ਿਟਿਵ ਸਾਈਨ ਕੁਝ ਨਾ ਪਾਇਓ, ਕੱਲਾ ਪਲੱਸ ਹੀ ਰੱਖਣਾ ਆਪਾਂ, ਜਾਨੀ ਕਿ ਆਹ ਨੈਗੇਟਿਵ ਸਾਈਨ ਆਪਾਂ ਯੂਜ਼ ਨਹੀਂ ਕਰਾਂਗੇ ਕਿਉਂਕਿ ਆਪਾਂ ਸਿਰਫ ਮੈਗਨੀਟਿਊਡ ਕੱਢਾਂਗੇ। ਤਾਂ ਆਹ ਫਾਰਮੂਲਾ ਅਪਲਾਈ ਮੈਂ ਇੱਥੇ ਕਰ ਰਿਹਾ। ਸੋ E ਕਿੰਨਾ ਆ ਜਾਊਗਾ, L ਦੀ ਵੈਲਿਊ ਹੈਗੀ ਆ 1 ਹੈਨਰੀ, ਠੀਕ ਹੈ, ਇਨਟੂ di/dt। di ਕਿੰਨਾ ਹੋ ਗਿਆ, ਚੇਂਜ ਇਨ ਕਰੰਟ, ਸੋ 2 to 0, that means 2 ਹੋ ਗਿਆ ਚੇਂਜ, ਰਾਈਟ, ਬਾਈ dt 3 ਮਿਲੀਸੈਕਿੰਡ। ਠੀਕ ਹੈ, ਹੁਣ ਜਿਹੜਾ ਮਿਲੀਸੈਕਿੰਡ ਆ ਇਹਨੂੰ 2 ਮਿਲੀਸੈਕਿੰਡ ਹੀ ਕਰ ਲਓ, ਥੋੜਾ ਨੰਬਰ ਹੀ ਚੇਂਜ ਕਰਨਾ ਆਪਾਂ, 2 ਮਿਲੀਸੈਕਿੰਡ। ਯਾਦ ਕਰੋ ਮਿਲੀ ਕਿੰਨਾ ਹੁੰਦਾਗਾ, ਮਿਲੀ ਦਾ ਮਤਲਬ ਹੁੰਦਾਗਾ 10⁻³ ਮਿਲੀ ਦਾ ਮਤਲਬ। ਜੇ ਮਿਲੀ ਦੇ ਨਾਲ ਸੈਕਿੰਡ ਲੱਗਿਆ ਹੋਵੇ ਤਾਂ ਇਹ ਵੀ ਸੈਕਿੰਡ ਬਣ ਜਾਊਗਾ, ਤਾਂ ਇਹ ਸਮਝ ਲਿਓ ਚੰਗਾ। ਤਾਂ ਇਹਦਾ ਮਤਲਬ 2 ਮਿਲੀਸੈਕਿੰਡ ਆ, ਤਾਂ 2 ਮਿਲੀ ਦਾ ਮਤਲਬ 10⁻³ ਤਾਂ ਨਾਲ ਆਪਾਂ 10⁻³ ਲਾਤਾ, ਤਾਂ ਸੈਕਿੰਡ ਚ ਕਨਵਰਟ ਹੋ ਗਿਆ ਆਪਣੇ ਆਪ। ਠੀਕ ਹੈ, ਹੁਣ ਜਦੋਂ ਇਹਨੂੰ ਸੋਲਵ ਕਰੋਗੇ 2 ਨਾਲ 2 ਕੈਂਸਲ ਆਊਟ ਹੋ ਗਿਆ, 10⁻³ ਉੱਪਰ ਜਾ ਕੇ +3 ਹੋ ਗਿਆ, 10⁻³ ਆ ਗਿਆ। ਓਕੇ, ਹਜੇ ਤੱਕ ਦੇਖੋ ਮੈਂ ਕੋਈ ਇੱਥੇ ਵੈਲਿਊ ਪੁੱਟ ਕਰਨ ਲੱਗੇ ਯੂਨਿਟ ਨਹੀਂ ਪਾਈ, ਕਿਉਂਕਿ ਮੈਂ ਹਮੇਸ਼ਾ ਕਹਿਣਾ ਹੁੰਦਾ ਯੂਨਿਟ ਐਂਡ ਤੇ ਪਾਈ ਦੀ ਹੁੰਦੀ ਆ, ਕਿਉਂਕਿ ਈਜ਼ੀ ਰਹਿੰਦਾਗਾ, ਸਾਨੂੰ ਪਤਾ ਲੱਗ ਜਾਂਦਾ ਵੀ ਅਸੀਂ ਫਾਈਂਡ ਆਊਟ ਕੀ ਕਰ ਰਹੇ ਹਾਂ। ਹੁਣ ਫਾਈਂਡ ਆਊਟ ਕੀ ਕਰ ਰਹੇ ਹਾਂ ਆਪਾਂ, E, ਤਾਂ E ਕੀ ਆ, ਵੋਲਟੇਜ, ਤੇ ਵੋਲਟੇਜ ਦੀ ਯੂਨਿਟ ਕੀ ਹੋਊਗੀ ਆਪਣੇ ਕੋਲ, ਵੋਲਟ, ਤਾਂ ਆਂਸਰ ਆ ਗਿਆ ਵੋਲਟ। ਤਾਂ ਇਹਦਾ ਮਤਲਬ 1000 ਵੋਲਟ EMF ਇੰਡਿਊਸ ਹੋਇਆ। ਠੀਕ ਹੈ, ਜੇ ਹੁਣ ਤੁਹਾਨੂੰ ਕਹਿ ਦਿੰਦਾ ਵੀ ਕੋਇਲ ਜਿਹੜੀ ਆ ਉਹਦੀ ਰੈਜ਼ਿਸਟੈਂਸ ਆ ਗਈ ਮੰਨ ਲਓ 50 ਓਮ, ਦੱਸੋ ਕਰੰਟ ਕਿੰਨਾ ਇੰਡਿਊਸ ਹੋਇਆ, ਤਾਂ ਕਰੰਟ ਦਾ ਫਾਰਮੂਲਾ ਕੀ ਹੋਊਗਾ, ਵੋਲਟੇਜ ਅਪੋਨ ਰੈਜ਼ਿਸਟੈਂਸ, ਰਾਈਟ। ਤਾਂ V/R, V ਦੀ ਵੈਲਿਊ ਕਿੰਨੀ ਆ 1000 ਅਪੋਨ R 50, ਤਾਂ ਦੇਖੋ 20 ਆ ਗਿਆ, ਸੋ 20 ਐਂਪੀਅਰ ਕਰੰਟ ਇੰਡਿਊਸ ਹੋਇਆ। ਸਮਝ ਲੱਗੀ ਗੱਲ। ਇਸ ਤਰ੍ਹਾਂ ਦੇ ਕੁਐਸਚਨ ਕਈ ਵਾਰ ਆ ਜਾਂਦੇ ਨੇ, ਚਾਂਸ ਹੈਗੇ ਨੇ ਇਸ ਤਰ੍ਹਾਂ ਦੇ ਕੁਐਸਚਨ ਦੇ ਆਉਣ ਦੇ। ਹਾਂ, ਜੇ ਤੁਹਾਨੂੰ ਕਈ ਵਾਰੀ E ਦਿੱਤਾ ਹੋਵੇ ਉਹ L ਪੁੱਛ ਸਕਦਾ, ਤਾਂ ਮੇਬੀ ਮੈਂ ਹੁਣ ਤੁਹਾਨੂੰ ਜਿਹੜਾ ਕੁਐਸਚਨ ਕੱਲ ਨੂੰ ਪਾਉਂਗਾ ਉਹਦੇ ਚ ਮੈਂ E ਦੀ ਵੈਲਿਊ ਦੇ ਦਾਂ, L ਫਾਈਂਡ ਆਊਟ ਕਰਨ ਨੂੰ ਕਹਿ ਦਾਂ, ਤਾਂ ਅਗੇਨ L ਕਿੰਨਾ ਹੋਊਗਾ ਤੁਸੀਂ ਆਪ ਦੇਖੋ, L ਦੀ ਵੈਲਿਊ ਕਿੰਨੀ ਆਊਗੀ। ਤਾਂ ਜੇ L ਦੀ ਵੈਲਿਊ ਆਪਾਂ ਲੱਭਣੀ ਹੋਵੇ, ਮੈਂ ਇੱਥੇ ਲਿਖ ਰਿਹਾ L ਕਿੰਨਾ ਆਊਗਾ, E/ਆ ਸਾਰਾ di/dt ਨੂੰ ਇਕੱਠਾ ਡਿਵਾਈਡ ਕਰ ਦਿਓ ਇੱਧਰ, di/dt, ਕਿਉਂਕਿ di ਤੇ dt ਅਲੱਗ-ਅਲੱਗ ਨਹੀਂ ਹੈਗੇ, ਤਾਂ di/dt ਦੀ ਵੈਲਿਊ ਕੱਢ ਕੇ ਇੱਥੇ ਪੁੱਟ ਕਰ ਦਾਂਗੇ, E ਨਾਲ ਡਿਵਾਈਡ ਕਰ ਦੋ, L ਨਿਕਲ ਆਊਗਾ, ਤੇ ਯੂਨਿਟ ਕੀ ਆਊਗੀ, ਹੈਨਰੀ, ਰਾਈਟ, ਕਿਉਂਕਿ ਇੰਡਕਟੈਂਸ ਦੀ ਯੂਨਿਟ ਕੀ ਆ, ਹੈਨਰੀ ਆ, ਚਾਹੇ ਉਹ ਮਿਊਚੁਅਲ ਇੰਡਕਟੈਂਸ ਹੋਵੇ ਚਾਹੇ ਉਹ ਸੈਲਫ ਇੰਡਕਟੈਂਸ ਹੋਵੇ। ਕਰਿਓ ਇਹਨੂੰ ਕਵਰ। ਹੁਣ ਆਪਾਂ ਫਾਈਂਡ ਆਊਟ ਕਰਦੇ ਆ, CGS ਯੂਨਿਟ ਨਹੀਂ ਹੈਗੀ ਇਹਦੀ ਬੇਟੇ, ਇਹਦੀ SI ਯੂਨਿਟ ਹੀ ਆ।
CGS यूनिट नहीं हैगी दी। CGS ਦੇ ਵਿੱਚ ਕਈ ਯੂਨਿਟ ਨੇ ਜਿਹੜੀਆਂ ਨਹੀਂ ਸੀਗੀਆਂ ਕਿਉਂਕਿ ਉਹ ਸਮਾਲਰ ਵੈਲਿਊਜ਼ ਨੇ। ਹਾਂ, ਇੰਸਟੈਡ ਆਫ CGS ਇਸੇ ਦੀਆਂ ਸਮਾਲ ਵੈਲਿਊ ਹੋ ਸਕਦੀਆਂ ਜਿਵੇਂ ਮਿਲੀ ਹੈਨਰੀ, ਮਾਈਕਰੋ ਹੈਨਰੀ, ਠੀਕ ਹੈ, ਪਰ ਯੂਨਿਟ ਹੈਨਰੀ ਰਹੂਗੀ। ਤੇ ਜਿਹੜਾ ਹੁਣ ਅਗਲਾ ਟੌਪਿਕ ਆਪਣਾ ਉਹ ਹੈਗਾ ਕੋਐਫੀਸ਼ੀਐਂਟ ਆਫ ਸੈਲਫ ਇੰਡਕਟੈਂਸ फाइंड आउट करना ऑफ ए सोलेनॉइड। ठीक है, ਆਪਾਂ ਨੇ ਉਹਦਾ ਕੋਐਫੀਸ਼ੀਐਂਟ ਆਫ ਸੈਲਫ ਇੰਡਕਟੈਂਸ ਫਾਈਂਡ ਆਊਟ ਕਰਨਾ। ਇਹ ਦੇਖੋ ਮੈਂ ਜਿਹੜਾ ਮੈਨੂੰ ਲੱਗਦਾ ਵੀ ਤੁਹਾਨੂੰ ਆ ਸਕਦੇ ਨੇ ਪੇਪਰ 'ਚ, ਮੈਂ ਤੁਹਾਨੂੰ ਕਰਾ ਰਿਹਾ ਤਾਂ ਇਹਦੇ ਚਾਂਸ ਹੈਗੇ ਨੇ ਸੈਲਫ ਇੰਡਕਟੈਂਸ ਦੇ ਫਾਰਮੂਲਾ ਡਰਾਈਵ ਕਰਨ ਦੇ। ਬਹੁਤ ਸੌਖਾ ਹੈਗਾ, ਆਪਾਂ ਹੁਣ 2 ਮਿੰਟਾਂ 'ਚ ਹੀ ਕਰ ਲਾਂਗੇ। ਮੈਂ ਪਹਿਲਾਂ ਇੱਥੇ ਸੋਲੇਨੋਇਡ ਬਣਾ ਲਾਂ ਅਗੇਨ। ਤਾਂ ਸੋਲੇਨੋਇਡ ਇੱਕ ਕੋਇਲ ਹੁੰਦੀ ਹੈ ਪਹਿਲਾਂ ਦੀ ਤਰ੍ਹਾਂ। ਮੰਨ ਲਓ ਇਹਦੀ ਜਿਹੜੀ ਲੈਂਥ ਆ ਉਹ L ਆ ਤੇ ਇਹਦੇ ਕੋਲ ਜਿਹੜੀਆਂ ਨੰਬਰ ਆਫ ਟਰਨਸ ਨੇ ਟੋਟਲ ਕੈਪੀਟਲ N ਨੇ। ਤੇ ਜਿਹੜੀ ਯਾਦ ਕਰੋ ਸੋਲੇਨੋਇਡ ਦੇ ਵਿੱਚ ਸਮਾਲ n ਵੀ ਯੂਜ਼ ਕੀਤਾ ਜਾਂਦਾ ਹੁੰਦਾ। ਸਮਾਲ n ਮੈਂ ਤੁਹਾਨੂੰ ਬਹੁਤ ਵਾਰ ਦੱਸਿਆਗਾ, ਇਹ ਕੈਪੀਟਲ N ਨਾਲੋਂ ਬਹੁਤ ਡਿਫਰੈਂਟ ਹੁੰਦਾ। ਤਾਂ ਜਿੱਥੇ ਵੀ ਸਮਾਲ n ਆਉਂਦਾ ਤਾਂ ਉੱਥੇ ਨੰਬਰ ਤੇ ਕੈਪੀਟਲ N ਦੇ ਨਾਲ ਕੁਛ ਨਾ ਕੁਛ ਡਿਵਾਈਡ ਹੋਇਆ ਹੁੰਦਾ। ਹੁਣ ਤੁਸੀਂ ਇੱਥੇ ਦੇਖੋ ਵੀ ਇੱਥੇ ਕੀ ਡਿਵਾਈਡ ਹੋਊਗਾ, ਨੰਬਰ ਆਫ ਟਰਨਸ ਜਿਹੜੀਆਂ ਟੋਟਲ ਨੇ ਬਾਏ ਲੈਂਥ, ਕਿਉਂਕਿ ਇੱਥੇ ਇਹ ਨੰਬਰ ਡੈਂਸਿਟੀ ਆ, ਠੀਕ ਹੈ, ਲੀਨੀਅਰ ਡੈਂਸਿਟੀ। ਤਾਂ ਇਸ ਕਰਕੇ n ਕੈਪੀਟਲ ਜਿਹੜੀ ਆ ਉਹ ਟੋਟਲ ਨੰਬਰ ਆਫ ਟਰਨਸ ਹੋਣਗੀਆਂ ਤੇ ਸਮਾਲ l ਜਿਹੜੀ ਆ ਉਹ ਲੈਂਥ ਹੋਊਗੀ। ਤੁਹਾਨੂੰ ਇਸ ਤਰ੍ਹਾਂ ਕਿਉਂ ਹੋਊਗਾ? ਕਿਉਂਕਿ ਜੇ ਹੁਣ ਤੁਹਾਨੂੰ ਮੈਂ ਕਹਾਂ ਵੀ ਤੁਹਾਡੇ ਕੋਲ ਇੱਕ ਉਹ ਪਤੰਗ ਚੜਾਉਣ ਲਈ ਹੁੰਦੀ ਨਹੀਂ, ਚਰਖੜੀ ਹੁੰਦੀ ਹੈ ਜਿਹੜੀ ਆਪਣੇ ਕੋਲ ਡੋਰ ਵਾਲੀ, ਹੈ ਨਾ। ਹੁਣ ਉਹ ਚਰਖੜੀ ਆ ਤੁਹਾਡੇ ਕੋਲ, ਤੁਸੀਂ ਦੇਖੋ ਵੀ ਉਹ ਚਰਖੜੀ ਦੇ ਉੱਪਰ ਇੱਕੋ ਹੀ ਥਾਂ ਤੇ ਇੱਕ ਥਰੈਡ ਆ, ਫਿਰ ਦੂਜਾ ਥਰੈਡ ਵੀ ਆਉਂਦਾ, ਕਿਉਂਕਿ ਐਂ ਘੁੰਮਦੀ ਹੁੰਦੀ ਆ ਨਾ, ਉਹ ਇੱਧਰ ਨੂੰ ਜਾਂਦੀ ਆ ਫਿਰ ਐਂ ਆਉਂਦੀ ਆ। ਤਾਂ ਤੁਸੀਂ ਦੇਖੋ ਥਰੈਡ ਦੇ ਉੱਪਰ ਥਰੈਡ ਚੜਿਆ ਹੁੰਦਾ ਗਾ। ਤਾਂ ਜੇ ਦੇਖਿਆ ਜਾਵੇ ਉਹ ਪੂਰੀ ਚਰਖੜੀ ਦੀ ਲੈਂਥ ਕਿੰਨੀ ਕਾ, ਜੇ ਤੁਸੀਂ ਸੈਂਟੀਮੀਟਰ ਸਕੇਲ ਨਾਲ ਕਰਕੇ ਦੇਖੋ ਤਾਂ 20 ਤੋਂ 25 ਸੈਂਟੀਮੀਟਰ ਹੋ ਸਕਦੀ ਆ, ਜਿਹਦੇ ਉੱਪਰ ਉਹ ਡੋਰ ਚੜੀ ਹੁੰਦੀ ਹੈ, ਥਰੈਡ ਹੁੰਦਾ। ਹੁਣ 20 ਤੋਂ 25 ਸੈਂਟੀਮੀਟਰ ਦੇ ਵਿੱਚ ਡੋਰ ਕਿੰਨੀ ਚੜੀ ਹੋਈ ਆ, ਹੁਣ ਇਹ ਦੇਖੋ। ਤਾਂ ਉਹੀ 20 ਸੈਂਟੀਮੀਟਰ ਦੇ ਉੱਪਰ ਡੋਰ ਜਿਹੜੀ ਚੜੀ ਹੁੰਦੀ ਆ ਉਹ 1 ਕਿਲੋਮੀਟਰ 2 ਕਿਲੋਮੀਟਰ ਐ ਹੁੰਦੀ ਆ, 3 ਕਿਲੋਮੀਟਰ ਮਤਲਬ 1000 ਮੀਟਰ 2000 ਮੀਟਰ 3000 ਮੀਟਰ ਇੰਨੀ ਹੁੰਦੀ ਆ, ਰਾਈਟ। ਇਹਦਾ ਮਤਲਬ 25 ਸੈਂਟੀਮੀਟਰ ਦੇ ਉੱਪਰ 1000 ਮੀਟਰ ਦੀ ਡੋਰ ਚੜੀ ਹੋਈ ਆ। ਤਾਂ ਇਹਦਾ ਮਤਲਬ ਇੱਕ ਦੇ ਉੱਪਰ ਦੂਜੀ ਟਰਨ ਆਈ ਹੋਊ, ਦੂਜੀ ਦੇ ਉੱਪਰ ਤੀਜੀ ਟਰਨ ਆਈ ਹੋਊ, ਚੌਥੀ ਟਰਨ ਆਈ ਹੋਊਗੀ। ਤਾਂ ਉਹਨੇ ਉਸੇ ਤਰ੍ਹਾਂ ਜਿਹੜਾ ਸੋਲੇਨੋਇਡ ਆ ਉਹ 'ਚ ਤੁਹਾਨੂੰ ਆਹ ਵੈਲਿਊ ਦੇ ਦਿੰਦੇ ਨੇ ਉਹ। ਤਾਂ ਉਹ ਕਹਿੰਦੇ ਨੇ ਵੀ 20 ਟਰਨਸ ਜਿਹੜੀਆਂ ਨੇ ਪਰ ਸੈਂਟੀਮੀਟਰ ਆ, ਜਾਂ 200 ਟਰਨਸ ਪਰ ਸੈਂਟੀਮੀਟਰ, ਠੀਕ ਹੈ ਨਾ। ਤਾਂ 200 ਟਰਨਸ ਪਰ ਸੈਂਟੀਮੀਟਰ ਦੇਤੀ ਤੇ ਨਾਲ ਉਹਨੇ ਕਹਿਤਾ ਵੀ ਲੈਂਥ ਆਫ ਦਾ ਸੋਲੇਨੋਇਡ is 15 ਸੈਂਟੀਮੀਟਰ, ਠੀਕ ਹੈ। ਤਾਂ ਹੁਣ ਤੁਹਾਨੂੰ ਉੱਥੇ ਨੰਬਰ ਆਫ ਟਰਨਸ ਜੇ ਕੱਢਣੀਆਂ ਪੈ ਜਾਣ ਤਾਂ ਦੇਖੋ ਤੁਹਾਡੇ ਕੋਲ ਸਮਾਲ n ਦਿੱਤਾ ਹੋਇਆਗਾ। ਤਾਂ ਸਮਾਲ n ਤੁਹਾਨੂੰ ਪਤਾ 200 ਟਰਨਸ ਪਰ ਸੈਂਟੀਮੀਟਰ ਆ, l ਤੁਹਾਨੂੰ ਪਤਾ ਕੈਪੀਟਲ n ਲੱਭਣਾ ਆਪਾਂ। ਤਾਂ ਕੈਪੀਟਲ n ਦੀ ਵੈਲਿਊ ਕਿੰਨੀ ਆਊਗੀ, ਇੱਥੋਂ ਦੇਖੋ ਸਮਾਲ n ਇੰਟੂ l। ਤਾਂ ਸਮਾਲ n ਕਿੰਨਾ ਗਾ 200, कैपिटल स्मॉल एल कितना गा 15। ਹੁਣ ਦੇਖੋ ਸੈਂਟੀਮੀਟਰ ਨਾਲ ਸੈਂਟੀਮੀਟਰ ਕੈਂਸਲ ਆਊਟ ਹੋ ਜਾਊਗਾ, ਇਸ ਕਰਕੇ ਕਿਉਂਕਿ ਨੰਬਰ ਦੀ ਕੋਈ ਯੂਨਿਟ ਨਹੀਂ ਹੁੰਦੀ, ਕੈਪੀਟਲ ਐਨ ਦੀ ਕੋਈ ਯੂਨਿਟ ਨਹੀਂ ਹੁੰਦੀ। ਤਾਂ ਕਿੰਨਾ ਆ ਗਿਆ ਦੇਖੋ 30, ਠੀਕ ਹੈ, 3000 ਆ ਗਿਆ। ਸੋ ਇਹਦਾ ਮਤਲਬ 3000 ਟਰਨਸ ਹੋਣਗੀਆਂ। ਤਾਂ ਇਹ ਨੂਮੈਰੀਕਲ 'ਚ ਯੂਜ਼ ਹੋਊਗਾ। ਕਈ ਵਾਰ ਕੀ ਹੁੰਦਾ, ਜਿਹੜਾ ਫਾਰਮੂਲਾ ਬਣੂਗਾ ਸਾਡਾ ਉਹ 'ਚ ਅਸੀਂ ਸਮਾਲ ਐਨ ਰੱਖਾਂਗੇ। ਤਾਂ ਜੇ ਸਮਾਲ n ਹੋਊਗਾ ਤਾਂ ਤੁਹਾਨੂੰ ਉੱਥੇ ਮੇਬੀ ਉਹ ਕੈਪੀਟਲ n ਦੇ ਦੇ ਪਹਿਲਾਂ, ਉਹ ਕਹਦੇ ਵੀ ਇੱਕ ਸੋਲੇਨੋਇਡ ਆ, ਉਹਦੀਆਂ ਟੋਟਲ ਨੰਬਰ ਆਫ ਟਰਨਸ 5000 ਨੇ, ਉਹਦੀ ਲੈਂਥ 10 ਸੈਂਟੀਮੀਟਰ ਆ, ਤੇ ਤੁਹਾਨੂੰ ਉੱਥੇ ਸਮਾਲ n ਵੀ ਕੱਢਣਾ ਪੈ ਸਕਦਾ। ਤਾਂ ਤੁਸੀਂ ਦੇਖਣਾਗਾ ਵੀ ਤੁਸੀਂ ਸਮਾਲ n ਕੈਲਕੂਲੇਟ ਕਰਨਾ ਜਾਂ ਕੈਪੀਟਲ n ਕੈਲਕੂਲੇਟ ਕਰਨਾ, ਠੀਕ ਹੈ। ਉਹ ਤੁਹਾਨੂੰ ਕੰਡੀਸ਼ਨ ਦੱਸੂਗਾ, ਪਰ ਇਹਨੂੰ ਇੱਕ ਵਾਰੀ ਕਲਿੱਕ ਕਰ ਲਓ, ਫਿਰ ਮੈਂ ਤੁਹਾਨੂੰ ਫਾਰਮੂਲਾ ਡਰਾਈਵ ਕਰਾ ਦਾਂ।
ओके तो हुण फार्मूला ड्राइव करन दे लई फाई दी वैल्यू किहदे इक्वल होगी जे आपां देखिया जावे इत्थे तो फाई किहदे इक्वल होगा एल इंटू आई दे ठीक है फाई इज इक्वल टू एल आई दूजी गल फाई दी वैल्यू आपां ये भी पढ़ी आ बी इंटू ए हुंदी आ राइट फाई दी वैल्यू बी इंटू ए भी हुंदी आ हुण बी कौन आ सोलेनोइड दे लई तो याद करो बी दी वैल्यू सोलेनोइड लई कितनी हुंदी आ म्यू नॉट एन आई सोलेनोइड लई इनटू ए ठीक है ये एक टर्न दे लई कैलकुलेशन हो रही है जे हुण आपां गल करिए म्यू नॉट एन आई इनटू ए तो ये अपने कोल आ गया जिन्नियां टोटल कैलकुलेशन जिन्नी नंबर ऑफ टर्न्स सी राइट तो फाई दी वैल्यू ए भी आ ते फाई दी वैल्यू ए भी आ तो दोनों वैल्यूज देखो ध्यान नाल इक्वल आ गई लैफ्ट हैंड साइड तो तुसी लैफ्ट हैंड साइड नू इक्वल रख लो राइट हैंड साइड भी इक्वल होगी सो यू विल गेट एल फ्रॉम देयर समझ लगी गल इत्थे जिहड़ी मैं चेंज कर रहा वो चेंज की आ भी नंबर ऑफ टर्न्स नू आपां इनकलूड करांगे ठीक है नंबर ऑफ टर्न्स नू किवें इनकलूड करांगे क्योंकि बी दे विच जे आपां गल करिए नंबर ऑफ टर्न्स कितनियां होणगीਆਂ पहला तुसीं एक मिनट ਲਈ ਇਹਨੂੰ क्लिक कर लो जानी कि लैफ्ट हैंड साइड इक्वल रख के राइट हैंड साइड नू इक्वल कर लो सो म्यू नॉट एन आई ए तो देखो आई ना आई कैंसल आउट हो गया सो एल दी वैल्यू कितनी आ गई म्यू नॉट एन ए स्मॉल एन ठीक है तो ये वैल्यू नू जे अगे यूज करना तो आप कर भी सकते हैं अप्लाई करो इन्हू स्क्रीनशॉट लियो हाँ जी पुत्र इत्थे तक इहनूं क्लिक कर लिया सी ना ਇਹਦੇ ਨਾਲ ਦਾ ਇੱਕ ਹੋਰ ਫਾਰਮੂਲਾ ਹੈਗਾ ਜਿਹੜਾ ਤੁਸੀਂ ਬੁੱਕ ਦੇ ਵਿੱਚ ਦੇਖਿਆ ਹੋਊਗਾ ਤੁਸੀਂ ਉਹ ਫਾਰਮੂਲਾ ਇਸੇ ਤਰ੍ਹਾਂ ਖੁਦ ਟਰਾਈ ਕਰਕੇ ਦੇਖਿਓ ਇੱਕ ਵਾਰੀ ਜੇ ਨਾ ਹੋਇਆ ਤਾਂ ਮੈਨੂੰ ਦੱਸ ਦਿਓ ਮੈਂ ਦੁਬਾਰਾ ਕਰਾ ਦੂੰਗਾ ਠੀਕ ਹੈ ਪਰ ਜਿਹੜਾ ਹੁਣ ਆਪਾਂ ਟੌਪਿਕ ਕਰਨ ਲੱਗੇ ਆ ਅੱਗੇ ਇਹਦੇ ਬਾਰੇ ਉਹ ਟੌਪਿਕ ਕੀ ਹੈਗਾ ਆਪਾਂ ਜਿਹੜਾ ਕੁਐਸਚਨ ਸੀ ਸੌਰੀ ਇੱਕ ਮਿੰਟ ਲਈ ਹੁਣ ਇੰਟਰਸਟਿੰਗ ਕੁਐਸਚਨ ਹੈ ਇੱਥੇ ਇੱਕ ਇੱਥੇ ਮੇਰੇ ਕੋਲ ਇੱਕ ਕੋਇਲ ਆ ਇੱਥੇ ਇੱਕ ਰੈਜ਼ਿਸਟੈਂਸ ਆ ਇੱਥੇ ਇੱਕ ਬੈਟਰੀ ਲੱਗੀ ਆ ਤੇ ਉਹਦੇ ਨਾਲ ਲੱਗੀ ਆ ਟੈਪਿੰਗ ਕੀ ਇੱਕ ਬਲਬ ਇੱਥੇ ਲਾਤਾ ਆਪਾਂ ਇੱਕ ਬਲਬ ਇੱਥੇ ਲਾਤਾ ਠੀਕ ਹੈ ਤਾਂ ਇਸ ਤਰ੍ਹਾਂ ਕਰਕੇ ਆਪਣੇ ਕੋਲ दो बल्ब ने B1 एंड B2 ते आ टैपिंग की आ ये बैटरी आ ये सोलेनोइड आ ये रेजिस्टेंस आ ठीक है पहला क्वेश्चन जदों आपां की नू टैप करांगे ठीक है फर्स्ट पार्ट हैगा जदों आपां की नू टैप करांगे क्योंकि इस तरह दा क्वेश्चन तुहानू आया होगा पेपर च तुसीं देखियो when we tap the key तो जे ਆਪਾਂ की ਨੂੰ ਟੈਪ ਕਰਾਂਗੇ ਤਾਂ ਕੁਐਸਚਨ ਆ which bulb will glow फर्स्ट लिख लो चलो क्विकली थां ते ना फर्स्ट लिख लो इजी कर देना तो केड़ा बल्ब पहला ग्लो करूगा जदों की नू टैप कीता तो केड़ा बल्ब दोनों दे विचों पहला ग्लो करूगा देखिया इस तरह का क्वेश्चन तुसी संगतां चों तीन ही रह गए ना सुख तू रह गई नवू गगन जोबन फ्लाई फ्लू फ्लोन ਕਰਨ भी फ्लाई फ्लू फ्लोन चलो तुसी दसो इन्हां दोनों बल्ब दे विचों
ਜੇ ਤੁਸੀਂ ਇਸ ਤਰ੍ਹਾਂ ਦਾ ਕੁਐਸਚਨ ਪਹਿਲਾਂ ਕੀਤਾ, ਜੇ ਨਹੀਂ ਕੀਤਾ ਪੁੱਤ ਤਾਂ ਵੀ ਦੱਸ ਦਿਓ, ਨੋ ਲਿਖ ਦਿਓ, ਕੋਈ ਗੱਲ ਨਹੀਂ, ਮੈਂ ਫਿਰ ਐਕਸਪਲੇਨ ਕਰਾਂ ਤੁਹਾਨੂੰ, ਹੈ ਨਾ। ਜੇ ਪਹਿਲਾਂ ਦੇਖਿਆ ਹੋਇਆ ਇਸ ਤਰ੍ਹਾਂ ਦਾ ਕੁਐਸਚਨ, ਥੋੜਾ ਬਹੁਤਾ ਆਈਡੀਆ ਹੈਗਾ ਗਾ, ਤੁਸੀਂ ਕੁਝ ਦੇ ਸਕਦੇ ਹੋ ਆਨਸਰ, ਤਾਂ ਬੋਲ ਦਿਓ। ਨਹੀਂ ਕੀਤਾ, ਓਕੇ। ਪੇਪਰ 'ਚ ਪਰ ਦੇਖਿਆ ਹੋਊਗਾ ਕੁਐਸਚਨ ਇਹ ਜਿਹਾ ਆਉਂਦਾ ਹੁੰਦਾ ਪੇਪਰ 'ਚ। ਐਨੀਵੇਜ਼, ਮੈਂ ਹੁਣ ਟੌਪਿਕ ਦੇ ਵੱਲ ਵਧਦਾ। ਤਾਂ ਜਦੋਂ ਆਪਾਂ ਕੀ ਨੂੰ ਪ੍ਰੈਸ ਕੀਤਾ, ਕੁਐਸਚਨ ਸੀ ਵੀ ਦੱਸੋ ਕਿਹੜਾ ਬਲਬ ਦੋਨਾਂ ਚੋਂ ਪਹਿਲਾਂ ਗਲੋ ਕਰੂਗਾ, ਠੀਕ ਹੈ। ਹੁਣ ਜਦੋਂ ਆਪਾਂ ਟੈਪ ਕਰਾਂਗੇ ਕੀ ਨੂੰ, ਤਾਂ ਇੱਥੋਂ ਜਾ ਕੇ ਇੱਧਰ ਤੇ ਇੱਧਰ ਕਰੰਟ ਪਹੁੰਚੂਗਾ, ਰਾਈਟ। ਤਾਂ ਕਰੰਟ ਇੱਧਰ ਨੂੰ ਵੀ ਗਿਆ, ਕਰੰਟ ਇੱਧਰ ਨੂੰ ਵੀ ਗਿਆ। ਜਦੋਂ ਹੁਣ ਦੋਨਾਂ 'ਚ ਕਰੰਟ ਪਹੁੰਚਿਆ ਤਾਂ ਰੈਜ਼ਿਸਟੈਂਸ ਦੇ ਵਿੱਚੋਂ ਕਰੰਟ ਹੋ ਕੇ ਬਲਬ ਕੋਲ ਪਹੁੰਚੂਗਾ, ਇਧਰੋਂ ਆ ਇੰਡਕਟੈਂਸ ਦੇ ਵਿੱਚੋਂ ਹੋ ਕੇ ਬਲਬ B1 ਕੋਲੇ ਕਰੰਟ ਪਹੁੰਚੂਗਾ। ਪਰ ਦੋਨਾਂ ਦੇ ਬਿਹੇਵੀਅਰ ਟੋਟਲੀ ਡਿਫਰੈਂਟ ਨੇ। ਰੈਜ਼ਿਸਟੈਂਸ ਦਾ ਕੰਮ ਆ ਪੋਟੈਂਸ਼ੀਅਲ ਦਾ ਲਾਸ ਕਰਨਾ, ਕਿਉਂਕਿ ਬਲਬ ਤੇ ਰੈਜ਼ਿਸਟੈਂਸ ਦੋਨੋਂ ਸੀਰੀਜ਼ 'ਚ ਨੇ। ਇਸੇ ਤਰ੍ਹਾਂ L ਤੇ ਬਲਬ ਇਹ ਵੀ ਆਪਸ 'ਚ ਸੀਰੀਜ਼ 'ਚ ਨੇ। ਰੈਜ਼ਿਸਟੈਂਸ ਨੇ ਪੋਟੈਂਸ਼ੀਅਲ ਦਾ ਲਾਸ ਕਰਨਾਗਾ, ਬਟ ਕਰੰਟ ਨੂੰ ਅਲਾਉ ਕਰਨਾ। ਪਰ ਜਿਹੜਾ ਹੁਣ ਉੱਪਰ ਬਣੂਗਾ, ਉੱਪਰ ਆਪਣੇ ਕੋਲ L, ਜਦੋਂ ਇਹਦੇ ਵਿੱਚੋਂ ਕਰੰਟ ਲੰਘਣ ਲੱਗੂਗਾ ਤਾਂ ਯਾਦ ਕਰੋ ਆ C1 ਕੋਇਲ ਆ C2 ਆ C3 ਆ C4 ਆ। ਸਮਝਾਇਆ ਹੋਇਆ ਮੈਂ ਤੁਹਾਨੂੰ ਇੱਕ ਲੈਕਚਰ 'ਚ। ਤਾਂ ਹਰ ਇੱਕ ਕੋਇਲ ਦੇ ਵਿੱਚ ਕਰੰਟ ਵਧੂਗਾ ਪਹਿਲਾਂ। ਤਾਂ ਆਪਾਂ ਹੁਣੀ ਪੜ੍ਹ ਕੇ ਹਟਿਆ ਵੀ ਜਿਹੜੀ ਕੋਇਲ ਆ, ਜਦੋਂ ਉਹਦੇ ਅੰਦਰ ਕਰੰਟ ਵੱਧਦਾਗਾ ਤਾਂ ਉਹ ਆਪਣੇ ਲਈ ਪ੍ਰੋਟੈਕਸ਼ਨ ਪ੍ਰੋਵਾਈਡ ਕਰਦੀ ਆ ਬਾਈ ਕ੍ਰੀਏਟਿੰਗ ਸੈਲਫ ਇੰਡਕਟੈਂਸ। ਤਾਂ ਉਹਨੇ ਆਪਣੇ ਅੰਦਰ ਸੈਲਫ ਇੰਡਕਟੈਂਸ ਕ੍ਰੀਏਟ ਕਰਨੀ ਆ। ਤਾਂ ਜਦੋਂ ਸੈਲਫ ਇੰਡਕਟੈਂਸ ਉਹਨੇ ਕ੍ਰੀਏਟ ਕਰਨੀ ਆ ਤਾਂ ਉਹਨੇ ਇਹ ਕਾਹਦੇ ਲਈ ਕਰਨੀ ਆ? ਟੂ ਅਪੋਜ਼ ਦਾ ਚੇਂਜ। ਚੇਂਜ ਕਿਹੜੀ ਹੋ ਰਹੀ ਆ? ਚੇਂਜ ਹੋ ਰਹੀ ਆ ਕਰੰਟ ਇਹਨੂੰ ਵੱਧ ਰਿਹਾਗਾ। ਤਾਂ ਇਹਦਾ ਮਤਲਬ ਉਹਨੇ ਆਪਣੇ ਅੰਦਰ ਇੱਕ ਹੋਰ ਕਰੰਟ ਇੰਡਿਊਸ ਕਰਕੇ ਇਹਨੂੰ ਰੋਕਣ ਦੀ ਕੋਸ਼ਿਸ਼ ਕਰਨੀ ਆ। ਠੀਕ ਹੈ। ਤਾਂ ਜਦੋਂ ਕੀ ਟੈਪ ਕੀਤੀ, ਦੋਨਾਂ ਦੇ ਵਿੱਚ ਕਰੰਟ ਗਿਆ। R ਨੇ ਕਰੰਟ ਨੂੰ ਅਲਾਉ ਕਰਤਾ B2 ਕੋਲੇ ਪਹੁੰਚਣ ਲਈ, ਪਰ L ਨੇ ਆਖਰੀ ਕੋਇਲ ਤੱਕ ਉਹਨੂੰ ਰੋਕ ਕੇ ਰੱਖਿਆ। ਜੋ ਤੱਕ ਕਰੰਟ ਆਖਰੀ ਕੋਇਲ ਤੱਕ ਨਹੀਂ ਪਹੁੰਚਦਾ ਉਹ ਤੱਕ ਉਹਨੇ ਰੋਕ ਕੇ ਰੱਖਿਆ। ਸੋ ਦੈਟ ਮੀਨਸ ਇਹਦੇ ਨਾਲ ਕੀ ਹੋਇਆ, ਜਿਹੜੀ ਇਹ ਕੋਇਲ ਆ ਉਹਨੇ ਇਹ ਕਰੰਟ ਨੂੰ ਰੋਕਿਆ ਉਸ ਮੋਮੈਂਟ ਲਈ। I'm not saying ਕਿ ਉਹ ਪਰਮਾਨੈਂਟ ਰੋਕ ਕੇ ਰੱਖੂ, ਬਟ ਇੰਸਟੈਂਟਲੀ ਰੋਕਿਆ। ਤਾਂ ਇੰਸਟੈਂਟਲੀ ਰੋਕਣ ਦਾ ਮਤਲਬ ਕੀ ਆ? ਰੈਜ਼ਿਸਟੈਂਸ ਨੇ ਇਹਨੂੰ ਭੇਜਤਾ, ਇਹਨੇ ਉਹਨੂੰ ਇੰਸਟੈਂਟਲੀ ਰੋਕਿਆ ਉਸ ਮੋਮੈਂਟ ਲਈ। ਤਾਂ ਕਰੰਟ ਪਹਿਲਾਂ ਕਿਹਦੇ ਕੋਲ ਪਹੁੰਚ ਗਿਆ? B2 ਕੋਲੇ। ਸੋ ਆਪਣਾ ਆਨਸਰ ਆਊਗਾ B2 ਜਿਹੜਾ ਉਹ ਫਰਸਟ ਗਲੋ ਕਰੂਗਾ ਬਲਬ। ਤਾਂ ਹੁਣ ਇਹਦੇ ਚ ਰੀਜ਼ਨ ਕੀ ਦੇਣਾ? ਤਾਂ ਰੀਜ਼ਨ ਮੇਰੀ ਵੀਡੀਓ ਨੂੰ ਦੇਖਿਓ ਦੁਬਾਰਾ, ਮੈਂ ਜਿਹੜਾ ਬੋਲਿਆ ਉਹੀ ਰੀਜ਼ਨ ਆ ਵੀ ਜਦੋਂ ਕੀ ਟੈਪ ਕੀਤੀ ਕਰੰਟ ਇਨਕਰੀਜ਼ ਹੋਊਗਾ ਤਾਂ ਬਿਕੋਜ਼ ਆਫ ਦਾ ਸੈਲਫ ਇੰਡਕਟੈਂਸ the current in the coil won't go as quickly as in the resistance. ठीक है, because of the self inductance। तो इस करके self inductance करके उन्हें उन्हें रोकता instantly। तो करंट जिरागा वो पहला B2 कोले पहुंच गया। तो B2 जल्दी ऑन हो जाएगा, पहला ऑन हो जाएगा as compared to B1। एक गल का आंसर मिल गया। दूजी गल, सेकंड पार्ट, when we tap the key for a long time, फिर की होगा? ਹੁਣ ਜਦੋਂ ਆਪਾਂ ਲੌਂਗ ਟਾਈਮ ਲਈ ਇਹਨੂੰ ਟੈਪ ਕਰਕੇ ਰੱਖਾਂਗੇ ਕੀ ਨੂੰ, ਜਾਨੀ ਕਿ ਦੱਬੀ ਰੱਖਾਂਗੇ, ਇਹਨੂੰ ਪ੍ਰੈਸ ਕਰੀ ਰੱਖਾਂਗੇ, ਫਿਰ ਕੀ ਹੋਊਗਾ? ਰੈਜ਼ਿਸਟੈਂਸ ਨੇ ਆਪਣੇ ਅੰਦਰ ਹੀਟ ਪ੍ਰੋਡਿਊਸ ਕਰ ਲੈਣੀ ਆ ਅਕੋਰਡਿੰਗ ਟੂ ਦਾ ਫਾਰਮੂਲਾ। ਤਾਂ ਫਾਰਮੂਲੇ ਚੋਂ ਕਿਹੜੀ ਚੀਜ਼ ਯੂਜ਼ ਹੋਈ ਆ? T, ਟਾਈਮ। ਕਿਉਂਕਿ ਤੁਸੀਂ ਲਗਾਤਾਰ ਉਹਨੂੰ ਪ੍ਰੈਸ ਕਰਕੇ ਰੱਖਿਆ ਹੋਇਆ, ਤਾਂ ਟਾਈਮ ਦੇ ਵਧਣ ਨਾਲ ਹੀਟ ਪ੍ਰੋਡਿਊਸ ਹੋਗੀ।
ਤਾਂ ਹੀਟ ਪ੍ਰੋਡਿਊਸ ਹੋਣ ਦੇ ਨਾਲ ਰੈਜ਼ਿਸਟੈਂਸ ਵੱਧ ਜੂਗੀ, ਤਾਂ ਇਹਨੇ ਕਰੰਟ ਦਾ ਕਰ ਦੇਣਾਗਾ ਲਾਸ। ਠੀਕ ਹੈ, ਹੁਣ ਆ ਜੋ ਦੂਜੇ ਉੱਪਰਲੇ ਪਾਸੇ ਉੱਪਰ ਕੀ ਹੋਇਆ ਹੋਊਗਾ, ਆ ਸਾਰੀਆਂ ਕੋਇਲ ਦੇ ਵਿੱਚੋਂ ਕਰੰਟ ਹੁੰਦਾ 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 ਐਂਡ ਵਾਲੇ ਤੱਕ ਪਹੁੰਚ ਗਿਆ। ਤਾਂ ਹੁਣ ਇਹਦੇ ਵਿੱਚ ਮੈਂ ਤੁਹਾਨੂੰ ਦੱਸਦਾ ਬਿਹੇਵੀਅਰ ਆਫ ਦਾ ਕੋਇਲ ਕੀ ਹੋਊਗਾ। ਤਾਂ ਜਿਹੜੀ ਕੋਇਲ ਆ, ਦਾ ਕੋਇਲ becomes a conducting wire and does not behave like coil। ठीक है, ਤਾਂ ਇਹ ਕੀ ਬਣ ਜੂਗੀ, ਇਹ ਇੱਕ ਕੰਡਕਟਿੰਗ ਵਾਇਰ ਬਣ ਜੂ, ਜਿਵੇਂ ਐ ਸਿੰਪਲੀ। ਤਾਂ ਇੱਥੇ ਬਲਬ ਲੱਗ ਗਿਆ ਸਿੱਧਾ, ਆ ਰੈਜ਼ਿਸਟੈਂਸ ਉਵੇਂ ਹੀ ਆ, ਇੱਥੇ ਬਲਬ ਆ ਅਗੇਨ, ਆ ਕੀ ਇੱਥੇ ਸਵਿਚ, ਸਾਰਾ ਕੁਝ ਉਵੇਂ। ਤਾਂ ਯਾਦ ਕਰੋ ਕੀ ਹੋਊਗਾ ਫਿਰ ਆਫਟਰ ਦੈਟ, ਆ ਜਿਹੜੀ ਕੋਇਲ ਆ ਉਹ ਇੱਕ ਵਾਇਰ ਵਾਂਗੂ ਬਣ ਜੂਗੀ, ਤੇ ਵਾਇਰ ਦੇ ਲਈ ਆਪਾਂ ਸਿਰਫ ਸਟ੍ਰੇਟ ਲਾਈਨ ਡਰਾ ਕਰਦੇ ਹੁੰਦੇ ਆ। ਤਾਂ ਵਾਇਰ ਜਿਹੜੀ ਆ ਉਹ ਫੁੱਲੀ ਅਲਾਉ ਕਰੂਗੀ ਕਰੰਟ ਨੂੰ। ਕਿਉਂਕਿ ਰੈਜ਼ਿਸਟੈਂਸ ਹੈ ਨਹੀਂ ਉਹਦੇ ਕੋਲ। ਠੀਕ ਹੈ, ਕੰਡਕਟਿੰਗ ਵਾਇਰ ਕੋਲ ਕੋਈ ਰੈਜ਼ਿਸਟੈਂਸ ਨਹੀਂ ਹੈਗੀ, ਸੋ ਇਸ ਕਰਕੇ ਰੈਜ਼ਿਸਟੈਂਸ ਨਾ ਹੋਣ ਕਰਕੇ ਉਹਨੂੰ ਫੁੱਲੀ ਅਲਾਉ ਕਰੂਗੀ ਕਰੰਟ ਨੂੰ। ਤਾਂ ਬਲਬ B1 ਦੇ ਵਿੱਚ ਜ਼ਿਆਦਾ ਕਰੰਟ ਪਹੁੰਚੂਗਾ, B2 ਕੋਲੇ ਘੱਟ ਕਰੰਟ ਹੋਊਗਾ। ਠੀਕ ਹੈ, ਤਾਂ ਕੁਐਸਚਨ ਸੀ ਵੀ ਕੀ ਹੋਇਆ ਫਿਰ ਉਦੋਂ। ਤਾਂ B1 ਜਿਹੜਾ ਗਾ ਉਹਦੀ ਬ੍ਰਾਈਟਨੈਸ ਵੱਧ ਜੂਗੀ, B2 ਦੀ ਬ੍ਰਾਈਟਨੈਸ ਘਟ ਜੂਗੀ। ਸੋ B1 ਗਲੋ ਬ੍ਰਾਈਟਰ ਇਸ ਕੇਸ 'ਚ। ਠੀਕ ਹੈ, ਤਾਂ B1 ਬਲਬ ਜਿਹੜਾ ਗਾ ਉਹ ਜ਼ਿਆਦਾ ਬ੍ਰਾਈਟਲੀ ਗਲੋ ਕਰੂਗਾ। that is the important part। ਤੇ ਇਹ ਤਾਂ ਸੀਗਾ ਜੇ ਤੁਸੀਂ ਇਹਨੂੰ ਕਰਨਾ, ਕਿਉਂਕਿ ਇੰਡਕਟੈਂਸ ਤਾਂ ਹੀ ਸਮਝ ਆਊਗੀ ਜੇ ਆ ਚੀਜ਼ਾਂ ਨੂੰ ਆਪਾਂ ਸਮਝਾਵਾਂਗੇ ਨਾਲ। ਠੀਕ ਹੈ, ਤਾਂ ਅੱਜ ਲਈ ਮੈਂ ਹੁਣ ਇੰਨਾ ਹੀ ਕਰਨਾ ਸੀ ਤੁਹਾਡੇ ਨਾਲ ਡਿਸਕਸ, ਤੇ ਇਹ ਮੈਂ ਤੁਹਾਨੂੰ ਕੁਐਸਚਨ ਪੇਪਰ 'ਚ ਪਾਊਂਗਾ ਟੈਸਟ 'ਚ ਕੱਲ੍ਹ ਨੂੰ। ਠੀਕ ਹੈ, ਤੇ ਮੈਂ ਇਹ ਵੀਡੀਓ ਹੁਣੀ ਤੁਹਾਨੂੰ ਨਾ ਅਪਲੋਡ ਕਰ ਦਿੰਦਾ ਗਾ ਤਾਂ ਕਿ ਤੁਹਾਡੇ ਕੋਲ ਲਾਸ ਨਾ ਹੋਵੇ ਕੋਈ।